स्वागत है। आओ नज़र मारते हैं अज ਦੀਆਂ खास खबरों ਤੇ। लुधियाना के एक निजी होटल ਵਿੱਚ ਬੱਸ ਆਪਰੇਟਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, जिस ਵਿੱਚ ਆਪਰੇਟਰਾਂ ਵੱਲੋਂ ਸਿੱਧੇ ਤੌਰ ਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਦੇ ਸਾਬਕਾ ट्रांसपोर्ट मंत्री राजा वड़िंग ਵੱਲੋਂ ਪ੍ਰਾਈਵੇਟ ਬੱਸਾਂ ਤੇ ਕਾਰਵਾਈ ਕੀਤੀ ਗਈ, जिस दौरान उन्होंने कहा कि प्राइवेट ਬੱਸ ਆਪਰੇਟਰਾਂ ਵੱਲੋਂ ਪ੍ਰੈਸ कॉन्फ्रेंस करके उन्होंने कहा कि उन्होंने उत्ते माफिया शब्द नूं हटाया जाए। उत्थे उन्होंने यह भी कहा कि बस आपरेटरां वल्लों सरकार नूं साल दा 1 करोड़ रुपए का टैक्स भी दिता जाता है, पर फिर भी उन्होंने दरकिनार किया जाता है। शुभकरमन बराड़ है जी, मेरी मालवा बस सर्विस मोगे तो मैं हैगा जी। मामला ये है जी कि साडा बेसिक जिहड़ी मेन गल है वो ये है भी सानू पिछली सरकार दे मंत्री साहब जिहड़े सीगे ट्रांसपोर्ट मिनिस्टर जी, उन्होंने सानू माफिया वर्ड साडे नाल जोड़ता, ਜਦੋਂ कि ਅਸੀਂ नॉर्मल ट्रांसपोर्टर्स हाँ जी। जद्दी पुश्ती साडा काम है, एक खेतीबाड़ी का किता है जी, दूजा किता यह है जिहड़ा असीं कर रहे हैं। कोई साडा माफिया नाल साडा कोई लैण देण नहीं, कोई मसला नहीं जी। असीं तां सरकार नूं मेन चीज़ तां साडी बेनती करन दा मसला यह है भी असीं एक तां जी माफिया नहीं है, दूजी चीज़ साडा कोविड दौरान कोविड पैंडेमिक आउण करके साडा बहुत मंदा हाल हो गया, बसां चलाउण तो असमर्थ हो गए असीं, साडे टैक्स टुट गए, साडे इंश्योरेंसां टुट गईयां, पासिंग साडियां लंघ गईयां, परमिट्स की वैलिडिटी मुक गई। भी सानू जिहड़ी सरकार है मौका देवे, जे बसां चलदियां रहणगीਆਂ ਤਾਂ सरकार नूं रेवन्यू आऊगा, हर एक चीज़ तो असीं टैक्स भी देवांगे, डीजल ते भी टैक्स आउंदा सरकार नूं, स्पेयर पार्ट्स ते टायर्स ते हर एक चीज़ ते सरकार नूं साडे तो टैक्स आउंदा। भी जे असीं चलदे रवांगे ਤਾਂ ਸਾਰਾ ਕੁਝ ਆਊਗਾ। ਵੀ ਸਰਕਾਰ ਸਾਡੇ ਤੇ ਨਰਮੀ ਵਿਖਾਵੇ, ਸਾਨੂੰ ਮੌਕਾ ਦੇਵੇ, ਅਸੀਂ ਸਰਕਾਰ ਨਾਲ ਖੜਨ ਨੂੰ ਖੜੇ ਆ, ਨਾਲ ਪਹਿਲਾਂ ਵੀ ਖੜੇ ਰਹੇ ਆ, ਗਾਂ ਵੀ ਖੜਾਂਗੇ, ਸਾਨੂੰ ਮੌਕਾ ਦੇਵੇ, ਅਸੀਂ ਇਸ ਚੀਜ਼ ਤੋਂ ਮਤਲਬ ਅਸੀਂ ਸਾਡੀ ਵੀ ਸੁਣਵਾਈ ਕਰੇ। ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਖੇਤਰ ਵਿੱਚ ਘਰੇਲੂ ਵਿਵਾਦ ਦੇ ਚੱਲਦਾ ਇੱਕ ਪਰਿਵਾਰ ਦੇ ਉੱਪਰ ਹਮਲਾ ਹੋਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ ਤੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। ਬਹਰਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੀ ਸਰ, ਕੀ ਮਾਮਲਾ ਜੀ ਜਿਹੜੀ ਗੋਲੀ ਚੱਲੀ? ਮੌਕੇ ਤੇ ਜੇ ਪਹੁੰਚੇ ਆ, ਇਹਨਾਂ ਦਾ ਫੈਮਿਲੀ ਡਿਸਪਿਊਟ ਆ। ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਨੂੰਹ ਦੇ ਭਰਾ ਆਏ ਸੀਗੇ ਤੇ ਉਹ ਦਾਤਰ ਮਾਰ ਕੇ ਦਰਵਾਜ਼ਾ ਵੱਢ ਗਏ ਤੇ ਗੱਡੀਆਂ ਭੰਨ ਗਏ ਆ। ਹਾਂਜੀ, ਬਾਕੀ ਇਨਕੁਆਇਰੀ ਕਰ ਰਹੇ ਆ। ਸਰ, ਕਿੰਨੇ ਫਾਇਰ ਕੱਢੇ ਗਏ ਆ, ਕਿੰਨੇ ਖੋਲ ਲੱਭੇ ਤੁਹਾਨੂੰ? ਜਿੰਦਾ 3 ਕਾਰਤੂਸ ਨੇ, ਇੱਕ ਖਾਲੀ। ਕੋਈ ਸੀਸੀਟੀਵੀ ਆਈ ਸਾਹਮਣੇ? ਸੀਸੀਟੀਵੀ ਵੇਖ ਰਹੇ ਆ, ਫੁਟੇਜ ਲੈ ਰਹੇ। ਤੇ ਕਿੰਨੇ ਫਾਇਰ ਕੱਢੇ ਗਏ ਸਰ, ਕੋਈ ਆਈ ਨੌਲੇਜ? ਇੱਕ ਫਾਇਰ ਹੋਇਆ, ਮੈਂ ਕਿਹਾ। ਹਾਂਜੀ, ਇੱਕ ਫਾਇਰ ਹੋਇਆ। ਮਗਰ ਸਰ ਸੀਸੀਟੀਵੀ 'ਚ 3-4 ਫਾਇਰ ਆ ਰਹੇ ਨੇ। ਸੀਸੀਟੀਵੀ ਵੇਖ ਕੇ ਦੱਸ ਦਿਆਂਗਾ ਤੁਹਾਨੂੰ ਜੋ ਹੋਏਗਾ। ਸਰ, ਕਿੰਨੀਆਂ ਗੱਡੀਆਂ ਭੰਨੀਆਂ ਗਈਆਂ? ਦੋ ਘਰ। ਤੇ ਸਰ, ਕੀ ਨਾਂ ਸੀ, ਕਿੱਥੋਂ ਦੇ ਰਹਿਣ ਵਾਲੇ ਸੀ ਜਿਹੜੇ ਝਗੜਾ ਕਰਕੇ ਗਏ? ਇਹਨਾਂ ਦੇ ਦੱਸਣ ਮੁਤਾਬਕ ਇਹਦੇ ਸਹੁਰਿਆਂ ਤੋਂ ਹਿਮਾਨ ਸਿੰਘ ਗੇਟ ਦੇ, ਇਹ ਫੈਮਿਲੀ ਡਿਸਪਿਊਟ ਆ। ਇਹਨਾਂ ਦਾ ਕੀ ਨਾਂ ਸਰ? ਕਿਹਨਾਂ ਦਾ? ਜਿਨ੍ਹਾਂ ਨੇ ਕੰਪਲੇਂਟ ਕੀਤੀ? ਰੋਹਿਤ ਕੁਮਾਰ ਭਗਤ। ਕੀ ਕਾਰਵਾਈ ਕੀਤੀ ਜਾ ਰਹੀ ਸਰ? ਬਸ ਕਾਰਵਾਈ ਚ ਅਮਲ ਚ ਲਿਆ ਰਹੇ ਆ, ਪਰਚਾ ਦਰਜ ਹੋ ਰਿਹਾ। ਜਲੰਧਰ ਦੇ ਵਿੱਚ ਗੋਲੀਆਂ ਚੱਲਣੀ ਇੱਕ ਆਮ ਗੱਲ ਹੋ ਗਈ ਹੈ। ਆਏ ਦਿਨ ਕਿਤੇ ਨਾ ਕਿਤੇ ਆਪਸੀ ਰੰਜਿਸ਼ ਕਰਕੇ ਜਾਂ ਹੋਰ ਕਿਸੇ ਗੱਲ ਕਰਕੇ ਗੋਲੀਆਂ ਚੱਲ ਰਹੀਆਂ ਨੇ। ਅਜਿਹਾ ਇੱਕ ਮਾਮਲਾ ਜਲੰਧਰ ਦੇ ਤਲਹਨ ਰੋਡ ਉੱਤੇ ਪੈਂਦੇ ਦਕੋਹਾ ਇਲਾਕੇ ਵਿੱਚ ਸਾਹਮਣੇ ਆਇਆ, ਜਿੱਥੇ ਅੱਜ ਇੱਕ ਯੁਵਕ ਜਦ ਆਪਣੇ ਭਰਾ ਨੂੰ ਸਕੂਲੋਂ ਲੈ ਕੇ ਆ ਰਿਹਾ ਸੀ, 3 ਮੋਟਰਸਾਈਕਲ ਸਵਾਰ ਯੁਵਕਾਂ ਨੇ ਉਸ ਨਾਲ ਪਹਿਲੇ ਹੱਥੋਂ-ਪਾਈ ਕੀਤੀ, ਫਿਰ ਉਸ ਉੱਤੇ ਗੋਲੀ ਚਲਾ ਦਿੱਤੀ। ਇਸ ਘਟਨਾ ਵਿੱਚ ਯੁਵਕ ਦੇ ਪੱਟ ਤੇ ਗੋਲੀ ਲੱਗਣ ਨਾਲ ਉਹ ਘਾਇਲ ਹੋਇਆ, ਲੇਕਿਨ ਉਸ ਦੀ ਜਾਨ ਬਚ ਗਈ। ਸਰ, ਕੀ ਮਾਮਲਾ ਸਰ? ਇਹ ਫੁੱਲਪੁਰ ਧਨੋਆ ਪੈਲਸ ਸਾਹਮਣੇ ਹੈ ਨਾ, ਗੋਲੀ ਲੱਗੀ ਆ, ਮੁੰਡੇ ਦੇ ਪੱਟ 'ਚ ਲੱਗੀ ਆ। ਮੁੰਡੇ ਦਾ ਨਾਂ ਹੈਗਾ ਭਗਵੀਰ ਕੁਮਾਰ, ਕੱਲ੍ਹ ਦਾ ਰਹਿਣ ਵਾਲਾ ਹੈ। ਬਾਕੀ ਇਹਨੂੰ ਜੌਨ ਹਸਪਤਾਲ ਲੈ ਕੇ ਆਏ ਆ, ਬਾਕੀ ਇਹਦੀ ਤਫਤੀਸ਼ ਜਾਰੀ ਆ। ਬੰਦੇ ਕਿਹੜੇ ਨੇ ਸਰ ਗੋਲੀ ਮਾਰੀ ਆ, ਉਹਨਾਂ ਦੇ ਬਾਰੇ ਪਤਾ ਲੱਗਾ ਕੁਝ? ਅਜੇ ਉਹ ਪੁੱਛਗਿੱਛ ਚੱਲ ਰਹੀ ਆ, ਕਦੀ ਕਨਫਰਮ ਨਹੀਂ ਹੋਇਆ। 1 ਜੁਲਾਈ ਤੋਂ ਪੰਜਾਬ ਸਰਕਾਰ ਨੇ ਮੁਫਤ ਬਿਜਲੀ ਪਾਣੀ ਦਿੱਤੀ, ਪਰ ਵਿੱਚ ਇਹ ਵੀ ਕਹਿ ਦਿੱਤਾ ਕਿ ਸੇਵਾ ਜਨਰਲ ਵਰਗ ਵਾਸਤੇ ਨਹੀਂ ਹੈ, ਗਰੀਬ ਲੋਕਾਂ ਲਈ ਹੈ। ਇਹ ਐਲਾਨ ਤੋਂ ਬਾਅਦ ਜਨਰਲ ਵਰਗ ਰੋਸ ਵਿੱਚ ਹੈ, ਪਰ ਸਾਡੀ ਕੈਮਰਾ ਟੀਮ ਨੇ ਇਸ ਤੇ ਸਰਵੇ ਕੀਤਾ ਤੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ। ਤੁਸੀਂ ਖੁਦ ਸੁਣੋ ਮੁਫਤ ਬਿਜਲੀ ਦੇ ਬਾਰੇ ਲੋਕਾਂ ਨੇ ਕੀ ਕਿਹਾ। ਪਹਿਲੀ ਗੱਲ ਤਾਂ ਅਸੀਂ ਇਹੀ ਕਹਾਂਗੇ ਕਿ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਉਹਨੂੰ ਪੂਰਾ ਕਰਨ ਵਾਸਤੇ ਸਰਕਾਰ ਵਚਨਬੱਧ ਹੋਈ ਆ। ਉਹਨਾਂ ਨੇ ਜਿਹੜੀ ਬਿਜਲੀ ਬਾਰੇ ਸੋਚਿਆ, 600 ਯੂਨਿਟ ਇੱਕ ਬਿੱਲ ਦੇ ਵਿੱਚ ਮਾਫ ਕੀਤੀ ਆ, ਚੰਗੀ ਗੱਲ ਆ, ਬਹੁਤ ਵਧੀਆ ਗੱਲ ਆ। ਪਰ ਜਿਹੜੀ ਜਰਨਲ ਕੈਟਾਗਰੀ ਵਾਸਤੇ ਇਹਨਾਂ ਨੇ ਇਹ ਗੱਲ ਰੱਖਤੀ ਵੀ ਜੇ 1 ਯੂਨਿਟ ਜਾਂ 2 ਯੂਨਿਟਾਂ ਵੀ ਉੱਪਰ ਫੁੱਕ ਜਾਂਦੀਆਂ ਨੇ ਤਾਂ ਪੂਰਾ ਬਿੱਲ ਦੇਣਾ ਪਵੇਗਾ। ਇੱਥੇ ਫਰਕ ਆ ਗੱਲ ਦਾ, ਇਹ ਗੱਲ ਨਹੀਂ ਸੀ ਹੋਣੀ ਚਾਹੀਦੀ। ਇਹਦੇ ਨਾਲੋਂ ਤਾਂ ਇਹ 2-2.5 ਰੁਪਏ ਯੂਨਿਟ ਦਾ ਰੇਟ ਇਹ ਕਰ ਦਿੰਦੇ। ਜਿਹੜੀ ਪੰਜਾਬ ਦੇ ਵਿੱਚ ਇੰਨੀ ਮਹਿੰਗੀ ਬਿਜਲੀ ਆ,
9 ਤੋਂ 10 ਰੁਪਏ ਯੂਨਿਟ ਪੈਂਦੀ ਆ ਸਾਨੂੰ ਪੰਜਾਬ ਦੇ ਵਿੱਚ ਲਾਈਟ। ਉਹਦਾ ਰੇਟ ਕਿਤੇ 2, 2.5, 3 ਰੁਪਏ ਹੋ ਜਾਂਦਾ ਤਾਂ ਬੇਸ਼ੱਕ ਜਿੰਨੀਆਂ ਯੂਨਿਟਾਂ ਸਾਡੀਆਂ ਫੁਕੀਆਂ ਨੇ ਉਨੀਆਂ ਦਾ ਬਿੱਲ ਆ ਜਾਂਦਾ, ਸਾਨੂੰ ਕੋਈ ਇਤਰਾਜ਼ ਹੀ ਨਹੀਂ ਦੇਗਾ। ਇਸ ਕਰਕੇ ਇਸ ਪੱਖ ਨੂੰ ਥੋੜਾ ਜਿਹਾ ਸਰਕਾਰ ਨੂੰ ਦੇਖਣਾ ਚਾਹੀਦਾ। ਇਸ ਗੱਲ ਦੇ ਵਿੱਚ ਫਰਕ ਜ਼ਰੂਰ ਰਿਹਾ ਹੋਇਆ। ਦੂਜੀ ਗੱਲ, ਲੋਕ ਲਾਈਟ ਭਾਲਦੇ ਨੇ, ਸਾਨੂੰ ਲਾਈਟ ਪੂਰੀ ਮਿਲ ਨਹੀਂ ਰਹੀ। ਜਿਵੇਂ ਅੱਜ ਅਸੀਂ ਖੇਤਾਂ ਵਾਲੀ ਲਾਈਟ ਦੀ ਗੱਲ ਕਰ ਲਈਏ, ਖੇਤਾਂ ਦੇ ਵਿੱਚ ਲਾਈਟ ਸਾਨੂੰ 3-4 ਘੰਟੇ ਮਿਲਦੀ ਹੈ ਇਹਨਾਂ ਦਿਨਾਂ ਦੇ ਵਿੱਚ। ਉਹਦੇ ਮੁਤਾਬਕ ਹੀ ਅਸੀਂ ਜਿਹੜੀ ਆਪਦੀ ਸਬਜ਼ੀ ਦੀ ਕਾਸ਼ਤ, ਮੱਕੀ ਬੀਜਦੇ ਹਾਂ, ਸੂਰਜਮੁਖੀ ਬੀਜਦੇ ਹਾਂ, ਬੜੀਆਂ ਫਸਲਾਂ ਜੀ ਬੀਜਦੇ ਹਾਂ। ਪਰ ਉੱਥੇ ਪਾਵਰ ਕੱਟ ਲੱਗਣ ਦੇ ਨਾਲ ਉਹ ਲਾਈਟ ਸਾਨੂੰ ਪੂਰੀ ਨਹੀਂ ਮਿਲਦੀ। ਜੇ ਸੰਪਰਕ ਕਰਦੇ ਹਾਂ ਕਿਸੇ ਅਧਿਕਾਰੀ ਨਾਲ, ਬਿਜਲੀ ਬੋਰਡ ਦੇ ਨਾਲ, ਤਾਂ ਕਹਿੰਦੇ ਨੇ ਕਿ ਪਾਵਰ ਕੱਟ ਲੱਗ ਗਿਆ। ਜਦੋਂ ਦੁਬਾਰੇ ਆ ਵੀ ਦੱਸ ਦੇਵਾਂਗੇ, ਪਰ ਉਹ ਦੁਬਾਰਾ ਸਾਨੂੰ ਲਾਈਟ ਕਦੇ ਮਿਲੀ ਨਹੀਂ। 1 ਜਾਂ 2 ਘੰਟਿਆਂ ਦੇ ਨਾਲ ਸਾਡੇ ਖਾਲ ਨਹੀਂ ਪਹੁੰਚਦੇ ਸਿਰੇ ਤੱਕ। ਸਾਡੀਆਂ ਫਸਲਾਂ ਜਿਹੜੀਆਂ ਪਾਣੀ ਤੇ ਸੋਕੇ ਵਿੱਚ ਆ ਗਈਆਂ, ਨੁਕਸਾਨ ਹੋ ਰਿਹਾ ਵੱਡਾ। ਇਸ ਕਰਕੇ ਸਾਨੂੰ ਲਾਈਟ ਮਿਲਣੀ ਚਾਹੀਦੀ ਆ। ਉਹ ਘੱਟ ਰੇਟਾਂ ਦੇ ਲਾਈਟ ਮਿਲੇ ਸਾਨੂੰ, ਉਹ ਚੰਗੀ ਗੱਲ ਆ। ਲਾਈਟ ਪੂਰੀ ਦੇਣ, ਜੋ ਵਾਅਦਾ ਸਰਕਾਰ ਨੇ ਕੀਤਾ ਉਨੀ ਲਾਈਟ ਸਾਨੂੰ ਮਿਲਣੀ ਚਾਹੀਦੀ ਆ। ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਲੱਦਾ ਮੁੰਡਾ ਦੇ 2 ਕਿਸਾਨਾਂ ਦੇ ਪੁੱਤਾਂ ਵਾਂਗ ਪਾਲੀ ਕਣਕ ਦੀ 13 ਏਕੜ ਖੜੀ ਫਸਲ ਅਤੇ 14 ਏਕੜ ਨਾਲ ਸੜ ਕੇ ਸਵਾਹ ਹੋ ਗਏ। ਪੀੜਿਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ, ਅੱਗ ਲੱਗ ਜਾਣ ਕਾਰਨ ਉਹਨਾਂ ਦੀ 13 ਏਕੜ ਖੜੀ ਕਣਕ ਅਤੇ 14 ਏਕੜ ਨਾੜ ਸੜ ਕੇ ਸਵਾਹ ਹੋ ਗਿਆ। ਉਹਨਾਂ ਆਖਿਆ ਕਿ ਪਿੰਡ ਵਾਸੀਆਂ ਨੇ ਬੜੀ ਜਹਿਦ ਕਰਕੇ ਅੱਗ ਉੱਪਰ ਕਾਬੂ ਪਾਇਆ, ਪਰ ਫਿਰ ਵੀ ਉਹਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਸੜ ਕੇ ਸਵਾਹ ਹੋ ਗਈ। ਵੀਰ ਜੀ, ਅੱਜ ਜਿਹੜੇ ਆ ਕਣਕ ਨੂੰ ਲੱਗਾ ਹੀ ਆ ਅੱਗ, ਇਹ ਕਿੰਨਾ ਕੁ ਨੁਕਸਾਨ ਹੋਇਆ ਆਪਣਾ? ਇਹ ਤਕਰੀਬਨ ਜੀ 12 ਏਕੜ ਜਿਹੜੀ ਆ ਇਹ ਕਣਕ ਜਿਹੜੀ ਸੜ ਕੇ ਸਵਾਹ ਹੋਈ ਆ। ਤੇ ਉਹਦੇ ਵਿੱਚ ਨਾੜ ਵੀ ਕੁਝ? ਨਾੜ ਇੱਧਰ 13 ਏਕੜ ਦੇ ਕਰੀਬ ਇੱਧਰ ਨਾੜ ਸੀਗਾ ਖੜਾ ਵੱਖਰਾ। ਹਾਂਜੀ, ਉਹ ਵੱਖਰਾ ਆ। 9.5 ਏਕੜ ਦੇ ਕਰੀਬ ਜਿਹੜੀ ਆ ਉਹ ਮੇਰੀ ਆਪਣੀ ਸੀਗੀ ਖੇਤੀ ਜਿਹੜੀ। ਹਾਂਜੀ, ਤੇ ਬਾਕੀ ਸੀਗੀ ਬਿਲਕੁਲ। ਹਾਂਜੀ, ਤੇ ਬਾਕੀ 1.5 ਕਿੱਲੇ ਦੇ ਕਰੀਬ ਮੇਰੇ ਗੁਆਂਢੀਆਂ ਦੀ ਸੀਗੀ ਨਾਲ, ਉਹ ਵੀ ਸੜ ਗਈ। ਕਿੰਨੇ ਕੁ ਦਾ ਨੁਕਸਾਨ ਹੋਇਆ ਤੁਹਾਡੇ ਆਈਡੀਆ ਨਾਲ? ਹੁਣ ਜੇ ਉਸ ਦੇ ਹਿਸਾਬ ਨਾਲ ਗੱਲ ਕਰੀਏ ਤੇ 20-21 ਕੁਇੰਟਲ ਦੀ ਕਣਕ ਨਿਕਲਦੀ ਹੈ ਤੇ ਤੁਸੀਂ ਵੇਖ ਲਓ ਕਿ ਤਕਰੀਬਨ 4 ਲੱਖ ਦੇ ਕਰੀਬ ਦਾ ਜਿਹੜਾ ਨੁਕਸਾਨ ਆ ਉਹ ਹੋਇਆ ਆ। ਤੁਸੀਂ ਔਰ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਆ ਕਿ ਜਿਹੜਾ ਮੁਆਵਜ਼ਾ ਵਾ ਇਹਦਾ ਮੈਨੂੰ ਦਿੱਤਾ ਜਾਵੇ। ਜਿਹੜੀ ਇਹ ਅੱਗ ਲੱਗੀ ਆ, ਇਹ ਕਿਵੇਂ ਲੱਗੀ? ਕੋਈ ਕਾਰਨ ਦਾ ਪਤਾ ਨਹੀਂ ਬਹੁਤਾ ਜੀ ਲੱਗਾ। ਪਿੱਛੋਂ ਜਦੋਂ ਨੂੰ ਸਾਨੂੰ ਪਤਾ ਲੱਗਾ ਉਦੋਂ ਨੂੰ ਤੇ ਟਰੈਕਟਰਾਂ ਦਾ ਇੱਥੇ ਜਿਹੜਾ ਸੀਗਾ ਹਜੂਮ ਇਕੱਠਾ ਹੋਇਆ ਸੀ। ਪਤਾ ਨਹੀਂ ਲੱਗ ਸਕਿਆ ਵੀ ਇਹਦੇ ਅਸਲ ਕਾਰਨ ਕੀ ਹੈ। ਘਰ ਬੜੀ ਮੁਸ਼ਕਲ ਨਾਲ ਬਚਿਆ ਲੱਗਦਾ। ਹਾਂਜੀ ਹਾਂਜੀ, ਬਿਲਕੁਲ। ਇੱਥੇ ਬਹੁਤ ਐਫਰਟ ਕੀਤੀ ਹੈ ਲੋਕਾਂ ਨੇ, ਟਰੈਕਟਰ ਲੈ ਕੇ ਜਾਂ ਪਰਸਨਲੀ ਉਹਨਾਂ ਨੇ ਪਾਣੀ ਵਗੈਰਾ ਲਿਆ ਕੇ ਪਾਇਆ ਤੇ ਫਿਰ ਇਹ ਕੰਟਰੋਲ ਹੋਇਆ ਅੱਗ ਤੇ। ਤੁਹਾਡਾ ਸ਼ੁਭ ਨਾਮ ਕੀ ਜੀ? ਮੇਰਾ ਨਾਮ ਦਿਲਬਾਗ ਸਿੰਘ, ਪਿਤਾ ਦਾ ਨਾਮ ਜੀ? ਸਰਦਾਰ ਬਲਦੇਵ ਸਿੰਘ। ਰੋਪੜ ਦੇ ਵਿੱਚ ਇੱਕ ਭਿਆਨਕ ਰੇਲ ਹਾਦਸਾ ਹੋਇਆ, ਜਿਸ ਦੇ ਵਿੱਚ ਮਾਲ ਗੱਡੀ ਕਈ ਡੱਬਿਆਂ ਗਏ ਅਤੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸਾ ਬੀਤੀ ਰਾਤ ਰੋਪੜ ਮੀਆਂਪੁਰ ਵਿਚਕਾਰ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਨਜ਼ਦੀਕ ਹੋਇਆ। ਰੇਲਵੇ ਵਿਭਾਗ ਦੇ 2 ਅਧਿਕਾਰੀਆਂ ਦੇ ਅਨੁਸਾਰ ਇਹ ਹਾਦਸਾ ਪੱਠਾ ਸਾਹਿਬ ਦੇ ਨਜ਼ਦੀਕ ਅਵਾਰਾ ਸਾਨ ਨੇ ਰੇਲ ਗੱਡੀ ਦੇ ਅੱਗੇ ਆਉਣ ਕਾਰਨ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਗੱਡੀ ਦੇ 15 ਡੱਬੇ ਬੁਰੀ ਤਰ੍ਹਾਂ ਨਾਲ ਇੱਕ ਦੂਜੇ ਦੇ ਉੱਤੇ ਚੜ ਗਏ ਤੇ ਰੇਲਵੇ ਦੇ दूर तक खिल्लर गए। क्या नाम है आपका? मेरा संजय नाम है सर। अच्छा, ये हादसा कब हुआ, क्या जानकारी आपको? ये 12 बजे का लमसम टाइम था सर। अच्छा। तो कोई संगराने के बाद उधर से मतलब कि खड़का आया, बहुत बीच में कुछ फंस गया। अच्छा। फंस के बाद गुरुद्वारा वाला जो फाटक है वहाँ पे फंसते फंसते आगे आ गया। गुरुद्वारा पट्टा साहब गुरुद्वारा के आगे आके खम्भा टूटना शुरू हो गया। अच्छा। उसके बाद बैलेंस बिगड़ने के बाद टूटते गया, गाड़ी आगे बढ़ते गया। वो गाड़ी तेज था, रात का मौसम था, बाकी नुकसान बहुत कम हुआ। सामान का नुकसान। तो ट्रेन का कितना नुकसान हुआ? ट्रेन का कम से कम 15 डब्बा पलटी कर गया ऊपर नीचे। कहाँ से कहाँ जा रही थी ये थर्मल प्लांट से आ रहा था। थर्मल प्लांट से आ रहा था। हाँ जी, थर्मल प्लांट से आप क्या करना था? तो ये नहीं पता कहाँ जा रहा था। बिजली के कितने खंभे टूटे हैं? बिजली का तो 15-20 खंभे। उसके बाद कितनी ट्रेनें रद्द कर दी? हाँ जी सर, ये हादसा ਜਿਹੜਾ ਹੋਇਆ ਕੀ ਜਾਣਕਾਰੀ ਹੁਣ ਤੱਕ ਮੁੰਡਲੀ ਜੀ? ਇਹ ਰਾਤ 12:30 ਵਜੇ ਦੇ ਕਰੀਬ ਇੱਕ ਰੋਪੜ ਥਰਮਲ ਪਲਾਂਟ ਦੇ ਵਿੱਚੋਂ ਕੋਇਲੇ ਦਾ ਰੇਕ ਖਾਲੀ ਹੋ ਕੇ ਨਿਕਲਿਆ ਸੀ। ਉਹ ਜਦੋਂ ਹੀ ਨਿਕਲ ਕੇ ਰੋਪੜ ਸਟੇਸ਼ਨ ਤੋਂ ਅੱਗੇ ਅੰਬਾਲਾ ਵੱਲ ਜਾਣ ਲੱਗਾ ਤਾਂ ਮੀਆਂਪੁਰ ਸਟੇਸ਼ਨ ਤੇ ਰੋਪੜ ਸਟੇਸ਼ਨ ਦੇ ਵਿੱਚ ਲੈਵਲ ਕ੍ਰਾਸਿੰਗ ਨੰਬਰ ਹੈ ਭੱਠਾ ਸਾਹਿਬ ਗੁਰਦੁਆਰੇ ਦੇ ਨਾਲ ਹੈ 43 ਨੰਬਰ ਲੈਵਲ ਕ੍ਰਾਸਿੰਗ, ਉਸ ਤੋਂ ਜਸਟ ਅਪਰੋਚ ਕਰ ਰਿਹਾ ਸੀ ਤਾਂ ਇੱਕ ਸੈਂਡ ਸੀਗੇ 3-4 ਉਹਨਾਂ ਦਾ ਝੁੰਡ ਜਿਹੜਾ ਆ ਕੇ ਉਹ ਡਰਾਈਵਰ ਦੇ ਅੱਗੇ ਆ ਗਿਆ ਇੱਕਦਮ। ਤੇ ਉਹ ਡਰਾਈਵਰ ਜਦੋਂ ਬ੍ਰੇਕਿੰਗ ਕਰਨ ਲੱਗੇ ਤਾਂ ਉਹ ਹਿੱਟ ਕਰਕੇ ਇੱਕ ਵੈਗਨ ਦੇ ਥੱਲੇ ਕੁਚਲਿਆ ਗਿਆ ਬੇਸਿਕਲੀ।
ਤੇ ਉਹ ਕੁਚਲੇ ਹੋਣ ਕਰਕੇ ਵੈਗਨ ਆਪਸ ਦੇ ਵਿੱਚ ਦੋ ਫਾੜ ਹੋ ਗਏ। ਇੱਕ ਵੈਗਨ ਤੇ ਇੱਕ ਅਲੱਗ ਚਲਾਇਆ ਔਰ ਬਾਕੀ ਵੈਗਨ ਇੱਕਦਮ ਸਡਨ ਬ੍ਰੇਕਿੰਗ ਹੋਣ ਦੇ ਕਾਰਨ ਉਹ ਇੱਕ ਡਰੇਲ ਹੋ ਗਏ ਔਰ ਇੱਕ ਦੂਜੇ ਦੇ ਉੱਤੇ ਚੜ ਗਏ। ਤੇ ਸਰ ਕਿੰਨੀਆਂ ਬੋਗੀਆਂ ਸੀਗੀਆਂ ਇਹਦੇ 'ਚ, ਕਿੰਨੀਆਂ ਹਾਦਸਾਗ੍ਰਸਤ ਇਹ ਸੀਗੀਆਂ? 58 ਵੈਗਨ ਚੱਲਦੇ ਆ ਇਕੱਠੇ, ਜਿਹਦੇ ਵਿੱਚੋਂ 16 ਵੈਗਨ ਜਿਹੜੇ ਆ ਉਹ ਡਰੇਲ ਹੋ ਗਏ, ਕਲਸਟਰ ਬਣ ਗਏ, ਉਹ ਡੈਮੇਜ ਹੋ ਗਏ, ਖਤਮ ਹੋ ਗਏ ਬੇਸਿਕਲੀ। ਤੇ ਸਰ ਹੋਰ ਕੀ ਕੁਝ ਨੁਕਸਾਨ ਹੋਇਆ ਰੇਲਵੇ ਦਾ ਜਿਵੇਂ? ਨਹੀਂ, ਉਸ ਤੋਂ ਇਲਾਵਾ ਕੋਈ ਨੁਕਸਾਨ ਨਹੀਂ ਹੋਇਆ। ਟਰੈਕ ਦੇ ਵਿੱਚ ਥੋੜਾ ਬਹੁਤਾ ਹੈ, ਉੱਪਰ ਜਿਹੜੀ ਓਵਰਹੈਡ ਇਲੈਕਟ੍ਰਿਕ ਇਕਵਿਪਮੈਂਟ ਹੁੰਦਾ ਉਹਦੀ ਵਾਇਰਿੰਗ ਕੁਝ ਖਰਾਬ ਹੋਈ ਹੈ, ਉਹਦੇ 5 ਖੰਭੇ ਜਿਹੜੇ ਡਿਸਮੈਂਟਲ ਹੋ ਗਏ, ਉਹ ਦੁਬਾਰਾ ਲੱਗ ਜਾਣਗੇ ਸ਼ਾਮ ਤੱਕ। ਤੇ ਸਰ ਜਿਹੜਾ ਦੁਬਾਰਾ ਇਸੇ ਸਾਰਾ ਆਵਾਜਾਈ ਚਾਲੂ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗੂਗਾ? ਇਹ ਸ਼ਾਮ ਤੱਕ 5 ਵਜੇ ਤੱਕ ਅਸੀਂ ਉਮੀਦ ਕਰਦੇ ਸਰ ਹਾਂ ਹੁਣ ਹੋ ਤੱਕ ਜਾਏਗੀ। ਕਿੰਨੀਆਂ ਗੱਡੀਆਂ ਰੱਦ ਕੀਤੀਆਂ ਗਈਆਂ ਮਾਲ ਗੱਡੀ ਤੇ ਕਿੰਨੇ ਪ੍ਰਭਾਵ ਆਵਾਜਾਈ? ਨਹੀਂ, ਮਾਲ ਗੱਡੀਆਂ ਤਾਂ ਜਿਹੜੀਆਂ ਦੇਖੋ ਰੱਦ ਨਹੀਂ ਹੁੰਦੀਆਂ, ਉਹਦੀਆਂ ਜਿਹੜੀਆਂ ਉਹ ਰੁਕ ਜਾਣਗੀਆਂ, ਵੇਟ ਕਰਨਗੀਆਂ। ਉਹ ਜਦ ਤੱਕ ਟਰੈਕ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਰੁਕੀਆਂ ਰਹਿਣਗੀਆਂ। ਮੇਲ ਐਕਸਪ੍ਰੈਸ ਗੱਡੀਆਂ ਕਰੀਬ 4 ਜੋੜੇ ਕੈਂਸਲ ਕੀਤੇ ਤੇ 4 ਜੋੜੇ ਸ਼ਾਇਦ ਪੈਸੇਂਜਰ ਗੱਡੀ ਦੇ। ਤੇ ਸਰ ਭਵਿੱਖ ਦੇ ਵਿੱਚ ਅਜਿਹੇ ਹਾਦਸੇ ਰੋਕਣ ਵਾਸਤੇ ਜਿਵੇਂ ਅਵਾਰਾ ਸਾਹ ਆਉਂਦੇ, ਕੋਈ ਹੁਣ ਅੱਗੇ ਪਲਾਨ ਤਿਆਰ ਕੀਤਾ ਜਾਊਗਾ? ਨਹੀਂ, ਹਮਾਰਾ ਸੈਂਡ ਤਾਂ ਡਰਾਈਵਰ ਦੀ ਅਲਰਟਨੈਸ ਹੈ, ਫੈਂਸਿੰਗ ਹੈ, ਦੋਨੋਂ ਪਾਸੇ ਫੈਂਸਿੰਗ ਹੈ। ਉਹ ਮੇਨ ਟਰੈਕ ਰੂਟਸ ਤੇ ਹੋ ਰਹੀ ਹੈ। ਇੱਕ ਸਿੰਗਲ ਲਾਈਨ ਟਰੈਕ ਰੂਟ ਹੈ, ਜਿਵੇਂ ਆਪਣਾ ਅੰਬਾਲਾ ਲੁਧਿਆਣਾ ਰੂਟ ਹੈ, ਉਹਦੇ ਤੇ ਤਾਂ ਕਾਫੀ ਹਿੱਸੇ 'ਚ ਟਰੈਕ ਦੀ ਦੀਵਾਰ ਬਣ ਗਈ ਦੋਨੋਂ ਪਾਸੇ, ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕਣ। ਗੜਸ਼ੰਕਰ ਦੇ ਨਜ਼ਦੀਕੀ ਪਿੰਡ ਢਾਂਡਾ ਖੁਰਦ ਦੇ ਪਿੰਡੋਂ ਬਾਹਰਵਾਰ ਚੋ ਵਿਚਕਾਰ ਬਣੇ ਵੱਡੇ ਪਾਣੀ ਦੇ ਟੋਬੇ ਵਿੱਚ 9 ਸਾਲ ਅਤੇ 11 ਸਾਲ ਦੇ 2 ਬੱਚੇ ਲਗਭਗ ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਬਾਲਣ ਚੁਗਣ ਗਏ ਡੁੱਬ ਗਏ, ਜਿਨ੍ਹਾਂ ਦੀ ਡੁੱਬਣ ਨਾਲ ਮੌਕੇ ਤੇ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮੌਕੇ ਤੇ ਬੱਚਿਆਂ ਦੇ ਪਿਤਾ ਵੱਲੋਂ ਰੋਲਾ ਪਾਉਣ ਤੇ ਨੇੜੇ ਤੇੜੇ ਦੇ ਲੋਕਾਂ ਨੇ मौके पे पहुंच के पुलिस को सूचित किया। क्या नाम है आपका? मेरा संजय नाम है सर। अच्छा, ये हादसा कब हुआ, क्या जानकारी आपको? ये 12 बजे का लमसम टाइम था सर। अच्छा। तो कोई सांगर आने के बाद उधर से मतलब कि खड़का आया, बहुत बीच में कुछ फंस गया। अच्छा। फंस के बाद गुरुद्वारा वाला जो फाटक है वहाँ पे फंसते फंसते आगे आ गया, गुरुद्वारा पटा साहब गुरुद्वारा के आगे आके खम्भा टूटना शुरू हो गया। अच्छा। उसके बाद बैलेंस बिगड़ने के बाद टूटते गया, गाड़ी आगे बढ़ते गया। वो गाड़ी तेज था, रात का मौसम था, बाकी नुकसान बहुत कम हुआ। सामान का नुकसान। ट्रेन का कितना नुकसान हुआ? ट्रेन का कम से कम 15 डब्बा पलटी कर गया ऊपर नीचे। कहाँ से कहाँ जा रही थी ये थर्मल प्लांट से आ रहा था। थर्मल प्लांट से आ रहा था। हाँ जी, थर्मल प्लांट से आप क्या कहना था? तो ये नहीं पता कहाँ जा रहे थे। बिजली के कितने खंभे टूटे हैं? बिजली का तो 15-20 खंभे। उसके बाद कितनी ट्रेनें रद्द कर दी? ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਪੰਨੂਆ ਵਿਖੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਥਿਆਰਾਂ ਦੀ ਨੋਕ ਤੇ ਇੱਕ ਮੈਡੀਕਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਮੈਡੀਕਲ ਸਟੋਰ ਤੋਂ ਹਜ਼ਾਰਾਂ ਦੀ ਨਗਦੀ ਲੈ ਕੇ ਫਰਾਰ ਹੋ ਗਏ। ਮੈਡੀਕਲ ਸਟੋਰ ਤੇ ਕੰਮ ਕਰਦੇ ਲੜਕਿਆਂ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ ਸਾਡੀ ਦੁਕਾਨ ਅੰਦਰ ਦਾਖਲ ਹੋ ਕੇ ਨਗਦੀ ਕੈਸ਼ ਲੁੱਟ ਕੇ ਲੈ ਗਏ। ਉਹਨਾਂ ਨੇ ਪੁਲਿਸ ਨੂੰ ਇਸ ਬਾਰੇ ਇਤਲਾਹ ਵੀ ਦਿੱਤੀ ਹੈ। ਨੌਸ਼ਹਿਰਾ ਪੰਨੂਆ। ਹਾਂਜੀ, ਕੀ ਵਾਰਦਾਤ ਹੋਈ ਹੈ? ਵਾਰਦਾਤ ਕੱਲ 8:30 ਵਜੇ ਦੀ ਗੱਲ ਹੈ ਜੀ। 6-7 ਲੜਕੇ ਆਏ ਨੋਵਾ ਗੱਡੀ ਦੇ, 3 ਸ਼ਾਪ ਦੇ ਅੰਦਰ ਆਏ ਆ, ਹਥਿਆਰ ਦਿਖਾ ਕੇ ਤੇ ਥੋੜੇ ਕੈਸ਼ ਲੈ ਗਏ ਦੁਕਾਨ ਤੋਂ। ਹਾਂਜੀ, ਤੇ ਤੁਸੀਂ ਕੰਪਲੇਨ ਲਿਖਾਈ ਕੋਈ? ਹਾਂਜੀ ਲਿਖਾਈ ਕੰਪਲੇਨ। ਤੇ ਆਏ ਸੀ ਪ੍ਰਸ਼ਾਸਨ? ਹਾਂਜੀ, ਪ੍ਰਸ਼ਾਸਨ ਨੂੰ ਸਾਰੇ ਹੋਇਆ ਜੀ। ਸਾਡੀ ਐਸਪੀ ਸਾਹਿਬ ਵੀ ਆ, ਪੱਟੀ ਵਾਲੇ ਐਸਐਚਓ ਸਰਹੜੀ ਵਾਲੇ ਆਏ ਆ, ਇੱਥੋਂ ਨੌਸ਼ਹਿਰੇ ਵਾਲੇ ਆਏ ਮੁਲਾਜ਼ਮ। ਹਾਂਜੀ, ਕਾਰਵਾਈ ਕਰਦੇ ਪਏ। ਸ਼ੌਪ ਦਾ ਨਾਮ ਢਿੰਗਰਾ ਮੈਡੀਕਲ ਸਟੋਰ। ਹਾਂਜੀ, ਕੀ ਵਾਰਦਾਤ ਹੋਈ ਸਰ? ਕੱਲ ਤਕਰੀਬਨ ਰਾਤੀ 9:45 ਵਜੇ ਮੈਂ ਤੇ ਇੱਥੇ ਹੈਗਾ ਨਹੀਂ ਸੀ ਤੇ ਕੱਲ ਅਣਪਛਾਤੇ ਆਏ ਬੰਦੇ ਇਨੋਵਾ ਗੱਡੀ 'ਚ, ਤਕਰੀਬਨ 7 ਜਾਣੇ ਹੋਣਗੇ, ਜਿਹਦੇ 'ਚੋਂ 3 ਜਾਣੇ ਅੰਦਰ ਆਏ ਆ ਤੇ ਹਥਿਆਰ ਉਹਨਾਂ ਕੋਲ ਹੈਗੇ ਸੀ ਤੇ ਉਹ ਮੇਨ ਉਹਨਾਂ ਨੇ ਪੈਸਿਆਂ ਨੂੰ ਹੀ ਮਤਲਬ ਕੀਤਾ ਤੇ ਪੈਸੇ ਲੈ ਗਏ ਨੇ ਜਿੰਨੇ ਕੁ ਹੈਗੇ ਸੀ। ਕਾਤਲਾਨਾ ਹਮਲੇ ਵਿੱਚ ਜ਼ਖਮੀ ਹੋਏ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਉਸ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਉਸ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਦਰਅਸਲ ਤਰਨਤਾਰਨ ਦੇ ਪਿੰਡ ਚੱਕਵਾਲੀ ਅਤੇ ਰਹਿਣ ਵਾਲਾ ਕਿਸਾਨ ਗੁਰਸੇਵਕ ਸਿੰਘ ਦਾ ਜ਼ਮੀਨੀ ਝਗੜਾ ਸੀ ਅਤੇ ਇਸ ਦੇ ਚੱਲਦਿਆਂ ਉਸ ਦੇ ਘਰ ਦੇ ਲੱਗੇ ਰਹਿਣ ਵਾਲੇ ਕੁਝ ਲੋਕਾਂ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਪਿਓ ਉਹਨਾਂ ਦਾ ਬੋੜ ਸਿੰਘ ਆ ਕਿ ਸਾਡਾ ਥੋੜਾ ਜਿਹਾ ਮਾਮੂਲੀ ਜੀ ਗੱਲ ਤੋਂ ਝਗੜਾ ਹੋ ਗਿਆ ਵੱਟ ਤੋਂ। ਅਸੀਂ ਵੱਟ ਥੋੜਾ ਘਾਹ ਜਿਹਾ ਖੋਤਣ ਡਏ ਹਾਂ ਜੀ ਤੇ ਦੋਸ਼ੀਆਂ ਨੇ ਆਣੇ ਘਾਹ ਖੋਦਿਆਂ ਪਿੱਛੋਂ ਸੱਟਾਂ ਲਾ ਦਿੱਤੀਆਂ। ਮੇਰੇ ਬਹੁਤ ਜ਼ਿਆਦੀਆਂ ਸੱਟਾਂ, ਮੇਰੇ 3 ਸੱਟਾਂ ਲਾਈਆਂ ਸਿਰ 'ਚ ਜੀ। ਕਾਹਦੇ ਨਾਲ? ਮੇਰੇ ਰਾੜ ਮਾਰਿਆ, ਲੋਹੇ ਦੇ ਮਾਰੇ ਜੀ 2 ਰਾੜ ਤੇ ਮੇਰਾ ਕੰਨ ਵੀ ਇੰਜਰਡ ਹੋ ਗਿਆ। ਇਹ ਅੱਖ ਥਾਣੀ ਦੀਂਦਾ ਵੀ ਥੋੜਾ ਘੱਟ ਆ ਤੇ ਖੱਬੀ ਸਾਈਡ ਸਾਰੀ ਮੇਰੀ ਕਲੋਜ਼ ਆ, ਬਿਲਕੁਲ ਨੋਰਮਲ ਹੋ ਗਈ ਆ ਤੇ ਮੈਂ ਇਹ ਕਰਕੇ ਅੱਗੇ 2-3 ਰਾਂ ਦੋਸ਼ੀਆਂ ਗਾੜੀ ਹੱਥ ਜੋੜ ਕੇ ਆਖਿਆ ਕਿ ਮੈਨੂੰ ਛੱਡ ਦਿਓ ਪਰ ਇਹਨੇ ਛੱਡਿਆ ਨਹੀਂ ਤੇ ਮੇਰੇ ਪਿਓ ਦੇ ਬਹੁਤ ਸੱਟਾਂ ਲਾਈਆਂ ਇਹਨਾਂ ਨੇ। ਇਹ ਸਰਵਣ ਸਿੰਘ ਫੌਜੀ ਆ ਤੇ ਦਿਲਬਾਗ ਸਿੰਘ ਨੇ, ਇਹਨਾਂ ਸੱਟਾਂ ਮੈਨੂੰ ਲਾਈਆਂ ਤੇ ਮੇਰੇ ਪਿਓ ਨੂੰ ਦੂਜੀਆਂ ਚੋਣ ਸੱਟਾਂ ਲਾਈਆਂ ਜੀ।
ਹਾਂਜੀ ਗ੍ਰਿਫਤਾਰੀ ਨਹੀਂ ਹੋਈ ਇਹਨਾਂ ਦੀ ਜੀ ਕੋਈ ਸੀ ਤੇ ਸਗੋਂ ਸਾਨੂੰ ਬਾਰ-ਬਾਰ ਧਮਕੀਆਂ ਦੇਣ ਡਿਆ ਜੀ ਸਾਡੀ ਸਰਕਾਰ ਆ ਸਾਡੇ ਪਿੱਛੇ ਧੋਨਾ ਕਿ ਸਾਨੂੰ ਫੜ ਨਹੀਂ ਸਕਦਾ। ਜੇ ਕੋਈ ਫੜਦੀ ਪੁਲਿਸ ਤਾਂ ਉਹ 1 ਘੰਟੇ ਬਾਅਦ ਪਹਿਲਾਂ ਛੱਡ ਦਿੰਦੇ ਆ ਜੀ। ਅਜੇ ਤੱਕ ਪੁਲਿਸ ਨੇ ਇਹਨਾਂ ਨੂੰ ਫਿਰ ਨਹੀਂ ਗ੍ਰਿਫਤਾਰ ਕੀਤਾ। ਮੇਰਾ ਨਾਮ ਸਰਜੀਤ ਸਿੰਘ ਪੂਰਾ ਜੀ। ਅੱਜ ਅਸੀਂ ਮਿਲੇ ਸੀ ਇੱਥੇ ਸਰਦਾਰ ਬੋੜ ਸਿਉਣਾ ਚ ਕੁਆਲੀਆਂ ਦਾ ਕੇਸ ਸੀ। ਇਹਨਾਂ ਦੀ ਲੜਾਈ ਹੋਈ ਸੀ 307 ਦੇ ਪਰਚੇ ਹੋਏ। ਇੱਕ ਪ੍ਰਸ਼ਾਸਨ ਨੇ ਕੀ ਕੀਤਾ ਕਿ ਪ੍ਰਸ਼ਾਸਨ ਨੇ ਮੇਨ ਜਿਹੜੇ ਦੋਸ਼ੀ ਉਹ ਇਨਕੁਆਰੀ ਲਾ ਕੇ ਕੱਢ ਦਿੱਤੇ। ਇਨਕੁਆਰੀਆਂ ਵੀ ਫਰਜ਼ੀ ਇਨਕੁਆਰੀਆਂ ਹੋਈਆਂ ਤੇ ਅਸੀਂ ਪਿਛਲੇ ਇਹ ਸਮੇਂ ਮੇਰੇ ਕੋਲ ਆਏ ਸੀ ਕਹਿੰਦੇ ਕਿ ਆਪਣਾ ਸਾਡੀ ਕੋਈ ਫਰਿਆਦ ਨਹੀਂ ਸੁਣਦਾ। ਮੈਂ ਪਹਿਲੇ ਐਸਐਸਪੀ ਸਾਹਿਬ ਨੂੰ ਮਿਲਿਆ ਸੀ, ਫਿਰ ਉਹਨਾਂ ਨੂੰ ਜਦੋਂ ਦਰਖਾਸਤ ਦਿੱਤੀ ਤੇ DIG ਬਾਰਡਰ ਰੇਂਜ ਨੂੰ ਫੋਨ ਕੀਤਾ ਸੀ। ਉਹਨਾਂ ਨੇ ਚਲੋ ਉਹਨਾਂ ਦੀ ਕਾਰਵਾਈ ਕੀਤੀ। SHO ਮੇਨ ਜਿਹੜੇ ਗੁਰਚਰਨ ਸਿੰਘ ਸੀ ਉਹਨਾਂ ਨੇ ਫੜਿਆ, ਪਰ ਆਪਣਾ ਗੁਰਬਚਨ ਸਿੰਘ ਨੇ ਜਦੋਂ ਫੜ ਕੇ ਤੇ ਮੁੜ ਕੇ ਉੱਥੋਂ ਚਕਵਾਲੇ ਨੇ ਫੜਿਆ ਤੇ ਮਾਸ਼ੀਕਾਂ ਤੇ ਛੱਡ ਕੱਤਿਆ। ਹਲਕੇ ਦੇ ਵਿੱਚ ਰੌਲਾ ਇਸ ਚੀਜ਼ ਦਾ ਹੈਗਾ ਵਾ ਕਿ ਉਹ ਕਹਿੰਦੇ ਕਿ ਜਿੱਦਾਂ ਦੂਜੀਆਂ ਸੱਤਾਧਾਰੇ ਸੀ ਇੱਦਾਂ ਜਦੋਂ MLA ਦਾ ਫੋਨ ਆਇਆ ਤੇ ਉਹਨੂੰ SHO ਨੇ ਉੱਥੇ ਹੀ ਉਹਨੂੰ ਛੱਡ ਦਿੱਤਾ, ਪਰ ਮੇਰੇ ਕੋਲ ਫੋਨ ਤੇ ਉਹ ਮੁੱਕਰ ਗਿਆ ਸੀ। ਮਲੋੜ ਤੋਂ ਵਿਧਾਇਕ ਚੁਣੇ ਗਏ ਤੇ ਭਗਵੰਤ ਮਾਨ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦੇ ਬਾਹਰ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹੀ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਹਨਾਂ ਵਰਕਰਾਂ ਨੇ ਸਿੱਧੇ ਤੌਰ ਤੇ ਦੋਸ਼ ਲਾਏ ਕਿ ਬੇਸ਼ੱਕ ਪੰਜਾਬ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਮਲੋੜ ਤੋਂ ਵਿਧਾਇਕ ਵੀ ਆਮ ਆਦਮੀ ਪਾਰਟੀ ਦੇ ਹੀ ਚੁਣੇ ਗਏ ਹਨ, ਪਰ ਮਲੋੜ ਦੇ ਵਿੱਚ ਕੰਮ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਹੋ ਰਹੇ ਹਨ, ਜਦੋਂ ਕਿ ਆਪ ਦੇ ਵਰਕਰਾਂ ਦੀ ਕੁਝ ਪੁੱਛ ਪੜਤਾਲ ਨਹੀਂ ਹੈ। ਹਾਂਜੀ, ਕੀ ਕਰਨਾ ਜਿਹੜਾ ਤੁਸੀਂ ਕਰਨਾ? ਪ੍ਰਧਾਨ ਜੀ, ਕੀ ਤੁਹਾਡਾ ਨਾਮ ਹੈਗਾ, ਕੀ ਅਹੁਦਾ ਕੀ ਹੈਗਾ? ਮੇਰਾ ਨਾਮ ਰਾਜੀਵ ਉੱਪਲ ਹੈ ਜੀ। ਮੈਂ ਬਲਾਕ ਪ੍ਰਧਾਨ ਹਾਂ ਜੀ ਮਲੋੜ ਸ਼ਹਿਰ ਦਾ। ਜਦੋਂ ਅੱਜ ਤੋਂ 8 ਸਾਲ ਪਹਿਲਾਂ ਅਸੀਂ ਪਾਰਟੀ ਦਾ ਝੰਡਾ ਚੱਕ ਕੇ ਸੜਕਾਂ ਤੇ ਉਤਰੇ ਸੀਗੇ, ਲੋਕ ਸਾਨੂੰ ਦੇਖਦੇ ਆ। ਸਭ ਤੋਂ ਪੁਰਾਣੇ ਵਰਕਰ ਇੱਥੋਂ ਅਸੀਂ ਹੋਈ ਹਾਂ ਜੀ। ਪਾਰਟੀ ਨੇ ਮਾਨ ਸਨਮਾਨ ਵੀ ਦਿੱਤਾ, ਸਾਡਾ ਪਾਰਟੀ ਨਾਲ ਕੋਈ ਰੋਸ ਨਹੀਂਗਾ। ਪਾਰਟੀ ਬਹੁਤ ਵਧੀਆ ਸਟ੍ਰੈਟਜੀ ਲੈ ਕੇ ਆਈ, ਦਿੱਲੀ 'ਚ ਵੀ ਪੰਜਾਬ 'ਚ ਵੀ ਲੈ ਕੇ ਆਈ ਹੈ, ਨੋ ਡਾਊਟ। ਕੁਝ ਬੰਦੇ ਹੁੰਦੇ ਜੀ ਖਰਾਬ ਕਰਨ ਵਾਲੇ। ਸਾਡੀ ਲੜਾਈ ਉਹਨਾਂ ਦੇ ਖਿਲਾਫ ਹੈ, ਕਿਸੇ ਆਪਦੀ ਪਾਰਟੀ ਦੇ ਖਿਲਾਫ ਸਾਡੀ ਲੜਾਈ ਨਹੀਂ ਹੈਗੀ। ਕਿਉਂਕਿ ਪਾਰਟੀ ਮਿਨਿਸਟਰ ਤਾਂ ਪਾਰਟੀ ਦੀ ਹੈ ਨਾ। ਨਹੀਂ ਜੀ, ਮਿਨਿਸਟਰ ਤਾਂ ਲੋਕਾਂ ਨੇ ਬਣਾਇਆ, ਪਾਰਟੀ ਨੇ ਥੋੜੀ ਬਣਾਇਆ ਉਹਨਾਂ ਨੇ ਤਾਂ ਇੱਕ ਟਿਕਟ ਦਿੱਤੀ ਸੀ ਕਿਸੇ ਬੰਦੇ ਨੂੰ। ਹੁਣ ਅੱਜ ਜੇ ਮਿਨਿਸਟਰ ਆਪਦੇ ਆਸੇ-ਪਾਸੇ ਉਹਨਾਂ ਅਕਾਲੀਆਂ ਕਾਂਗਰਸੀਆਂ ਦਾ ਘੇਰਾ ਬਣਾਈ ਫਿਰਦਾ ਵੀ ਜਿਹੜੇ ਪਹਿਲਾਂ ਭੱਟੀ ਸਾਹਿਬ ਦੇ ਕਮਰਿਆਂ 'ਚ ਜਾ ਕੇ ਪਾਣੀ ਫੜਾਉਂਦੇ ਸੀ, ਚਾਹ ਫੜਾਉਂਦੇ ਸੀ, ਅੱਜ ਉਹੀ ਇੱਥੇ ਫੜਾਉਂਦੇ ਆ। ਸਾਡਾ ਪਾਰਟੀ ਦਾ ਇੱਕ ਵੀ ਵਰਕਰ, ਤੁਸੀਂ ਪਿਛਲੇ 1 ਮਹੀਨੇ ਦੀਆਂ ਫੋਟੋਆਂ ਕੱਢ ਕੇ ਵੇਖ ਲਓ ਮੈਡਮ ਦੀਆਂ, ਕਿਸੇ ਫੋਟੋ 'ਚ ਖੜਾ ਹੋਵੇ, ਕਿਸੇ ਜਗ੍ਹਾ ਤੇ ਕੋਈ ਸਨਮਾਨ ਹੋਇਆ ਹੋਵੇ ਉੱਥੇ ਖੜਾ ਹੋਵੇ। ਇੱਕ ਵੀ ਬੰਦੇ ਨੂੰ, ਪਿੰਡਾਂ ਦੇ ਵਰਕਰ ਇੱਥੇ ਖੜੇ ਆ ਮੇਰੇ ਵੀਰ, ਹਰ ਥਾਂ ਤੋਂ ਵਰਕਰ ਪਛਾਣ ਹੈ। ਇਹ ਵੀ ਕੁਛ ਇੱਥੇ ਖੜੇ ਆ, ਕੁਛ ਵਿਚਾਰੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਯਾਰ, ਉਹਨਾਂ ਨੂੰ ਅਜੇ ਵੀ ਉਮੀਦਾਂ ਨੇ ਵੀ ਪਤਾ ਨਹੀਂ ਸ਼ਾਇਦ ਸਾਡਾ ਕੁਛ ਹੋ ਜਾਊਗਾ। ਵੇਖੋ, ਲੜਾਈ ਸਾਡੀ ਨਸ਼ੇ ਦੇ ਖਿਲਾਫ ਸੀ, ਲੜਾਈ ਸਾਡੀ ਭ੍ਰਿਸ਼ਟਾਚਾਰ ਦੇ ਖਿਲਾਫ ਸੀ, ਪਰ ਸਿਸਟਮ ਅਜੇ ਵੀ ਉਵੇਂ ਹੀ ਚੱਲੀ ਜਾਂਦਾ ਹੈ। ਅਸੀਂ 10 ਵਾਰੀ ਮੈਡਮ ਨੂੰ ਮਿਲ ਕੇ ਗੱਲਾਂ ਕਰਤੀਆਂ ਵੀ ਮੈਡਮ ਆਹ ਸਿਸਟਮ ਅਜੇ ਸਹੀ ਨਹੀਂ ਹੋ ਰਿਹਾ, ਇਹਨੂੰ ਆਪਾਂ ਬਿਨਾਂ ਪੈਸਾ ਲਾਇਆ ਸੈੱਟ ਕਰ ਸਕਦੇ ਹਾਂ, ਸਿਰਫ ਇੱਕ ਜ਼ਬਾਨ ਨਾਲ ਕਹਿਣ ਨਾਲ ਸੈੱਟ ਹੋ ਸਕਦਾ ਹੈ। ਜੇ ਉਹ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂਕਿ ਜਿਹੜੇ ਕਹਿਣਾ ਵੀ ਉਸੇ ਬੰਦੇ ਦੇ ਕੰਮ ਹੋ ਰਹੇ ਆ ਜਿਹੜੇ ਉਹਨੂੰ ਦੂਜੀ ਬਿਲਕੁਲ ਸਰ, ਉਹਨਾਂ ਦੀ ਪਹਿਲਾਂ ਹੀ ਅਫਸਰਾਂ ਨਾਲ ਸੈਟਿੰਗ ਸੀ ਤੇ ਅਫਸਰ ਸਾਰੇ ਉਹੀ ਹੈ, ਅਫਸਰ ਤਾਂ ਬਦਲੇ ਨਹੀਂ। ਆਮ ਆਦਮੀ ਪਾਰਟੀ ਕਹਿ ਰਹੀ ਹੈ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ, ਪਰ ਤੁਸੀਂ ਕਹਿ ਰਹੇ ਹੋ ਬਲੇਮ ਲਾ ਰਹੇ ਹੋ। ਭ੍ਰਿਸ਼ਟਾਚਾਰ ਖਤਮ ਕਿੱਥੇ ਹੋਣਾ? ਅਸੀਂ ਪਿਛਲੇ 1 ਮਹੀਨੇ ਤੋਂ ਵਰਕਰ ਜਿੰਨੇ ਕੁ ਲੈਵਲ ਦੇ ਹੈਗੇ ਆ, ਅਸੀਂ ਭੱਜੇ ਫਿਰਦੇ ਹਾਂ, ਹਰ ਥਾਂ ਜਾਂਦੇ ਹਾਂ, ਅਸੀਂ ਆਪ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਾਂ, ਅਸੀਂ ਆਪ ਪੁੱਛਦੇ ਹਾਂ ਵੀ ਕੌਣ ਬੰਦਾ ਭ੍ਰਿਸ਼ਟ ਹੈ ਸਾਨੂੰ ਦੱਸੋ। ਪਰ ਜਦੋਂ ਅਸੀਂ ਮਿਨਿਸਟਰ ਸਾਹਿਬ ਦੀ ਉਹ ਜਾਣਕਾਰੀ 'ਚ ਲਿਆਉਣੇ ਆਉਂਦੇ ਤੇ ਕੋਈ ਅਮਲ ਹੀ ਨਹੀਂ ਹੁੰਦਾ। ਉਹਨਾਂ ਕੋਲ ਕੋਈ ਅਹੁਦੇ ਨਹੀਂ ਜੀ, ਉਹ ਜਾ ਕੇ ਥਾਂ ਤੇ ਅਨਾਉਂਸ ਕਰ ਦਿੰਦੇ ਨੇ ਕਿ ਸਾਨੂੰ ਮੈਡਮ ਨੇ ਕਹਿਤਾ ਜੀ ਆਹ ਇਸ ਯੂਨੀਅਨ ਦਾ ਪ੍ਰਧਾਨ ਬਣ ਗਿਆ, ਇਸ ਯੂਨੀਅਨ ਦਾ ਪ੍ਰਧਾਨ ਬਣ ਗਿਆ। ਨਸ਼ਿਆਂ ਦੇ ਖਿਲਾਫ ਲੜਾਈ ਚੱਲੀ ਸੀਗੀ, ਅਸੀਂ ਆਪ ਮਲੋਟ ਸ਼ਹਿਰ ਦੀ ਅਹੁਦੇਦਾਰ ਪੂਰੀ ਟੀਮ SHO ਸਾਹਿਬ ਚੰਦਰ ਸ਼ੇਖਰ ਜੀ ਨੂੰ ਥਾਣੇ ਦੇ ਵਿੱਚ ਜਾ ਕੇ ਉਹਨਾਂ ਦੀ ਡੈਰੀ ਤੇ ਨੋਟ ਕਰਾ ਕੇ ਆਏ ਕਿ ਆਹ ਬੰਦੇ ਨਸ਼ੇ ਵੇਚਦੇ ਨੇ, ਟਾਈਮ ਦੱਸਤਾ ਕਿ ਇੰਨੇ ਤੋਂ ਇੰਨੇ ਨਸ਼ਾ ਵਿਕਦਾ ਹੈ, ਪਰ ਉਹਨਾਂ ਦੇ ਹੱਥ ਕੱਸਤੇ ਉਹੀ ਬੰਦਿਆਂ ਨੇ ਜਿਨ੍ਹਾਂ ਦੀਆਂ ਪਹਿਲਾਂ ਸੈਟਿੰਗਾਂ ਸੀਗੀਆਂ। ਤਾਂ ਇੱਕ ਵੀ ਬੰਦੇ ਦੇ ਉੱਤੇ ਛਾਪਾ ਨਹੀਂ ਵੱਜਿਆ, ਇੱਕ ਵੀ ਬੰਦਾ ਕੋਈ ਨਸ਼ੇ ਵਾਲਾ ਨਹੀਂ ਫੜਿਆ ਗਿਆ। ਕੀ ਆਰੋਪ ਕੀ ਆ ਤੁਹਾਡਾ ਵੀ ਕਿ ਮੈਡਮ ਦੇ ਨਾਲ ਜਿਹੜੇ ਕਿ ਮਿਲੇ ਹੋਏ? ਹਾਂ, ਜਿਹੜੇ ਮੈਡਮ ਦੇ ਨਾਲ ਬੰਦੇ ਰਹਿੰਦੇ ਨੇ ਉਹ ਅਕਾਲੀ ਦਲ ਦੇ ਤੇ ਕਾਂਗਰਸ ਦੇ ਬੰਦੇ ਨੇ। ਉਹਨਾਂ ਨੇ ਮੈਡਮ ਦੇ ਆਸੇ-ਪਾਸੇ ਜਿਹੜਾ ਘਰੋਂ ਮਚਾ ਲਿਆ, ਉਹ ਨਾ ਤਾਂ ਕਿਸੇ ਹੋਰ ਨੂੰ ਗੱਲ ਕਰਨ ਦਿੰਦੇ, ਨਾ ਕਿਸੇ ਵਰਕਰ ਦੀ ਸੁਣਵਾਈ ਹੋਣ ਦਿੰਦੇ, ਨਾ ਕਿਸੇ ਆਮ ਲੋਕਾਂ ਦਾ ਕੰਮ ਹੋਣ ਦਿੰਦੇ। ਜਿਹੜਾ ਨਸ਼ੇ ਦੀ ਖਾਤਮੇ ਦੀ ਗੱਲ ਹੈ, ਹਲੇ ਪੂਰੇ ਪੰਜਾਬ ਵਿੱਚ ਹੀ ਪੂਰੀ ਤਰ੍ਹਾਂ ਕੰਟਰੋਲ 'ਚ ਨਹੀਂ ਆਇਆ ਤੇ ਭਗਵੰਤ ਮਾਨ ਸਾਹਿਬ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ, ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ। ਇਹਦੇ ਤੇ ਵੱਡੇ ਲੈਵਲ ਤੇ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਾਏਗਾ, ਟਾਈਮ ਜ਼ਰੂਰ ਲੱਗੇਗਾ ਪਰ ਅਸੀਂ ਖਤਮ ਕਰ ਦੇਵਾਂਗੇ। ਜੇ ਉਹ ਇਸ ਕਰਕੇ ਧਰਨੇ ਤੇ ਬੈਠੇ ਨੇ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਵੀ ਅਸੀਂ ਪਾਰਟੀ 'ਚ ਕਿਵੇਂ ਕੰਮ ਕਰਨਾ ਹੈ। ਵਿਧਾਨ ਸਭਾ ਹਲਕਾ ਪੱਟੀ
ਪੱਟੀ ਦੇ ਨਜ਼ਦੀਕੀ ਪਿੰਡ ਬੱਠੇ ਭੈਣੀ ਵਿੱਚ ਕਣਕ ਨੂੰ ਅੱਗ ਲੱਗਣ ਕਾਰਨ ਵੱਖ-ਵੱਖ ਕਿਸਾਨਾਂ ਦੀ 8 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਵੱਲੋਂ ਕਾਫੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ। ਇਸ ਮੌਕੇ ਨਗਰ ਕੌਂਸਲ ਪੱਟੀ, ਫਾਇਰ ਬ੍ਰਿਗੇਡ ਪੱਟੀ, ਆਰਮੀ ਕੈਂਪ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਮੌਕੇ ਤੇ ਪੁੱਜ ਕੇ ਅੱਗ ਤੇ ਕਾਬੂ ਪਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਿੰਡ ਸੈਦਪੁਰ ਤੇ ਪਿੰਡ ਬੱਠੇ ਭੈਣੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਗ ਲੱਗੀ ਆ ਜੀ, ਜਿਹਦੇ ਵਿੱਚ 8-10 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਆ। ਕਣਕ ਵੀ ਉਹਨਾਂ ਕਿਸਾਨਾਂ ਦੀ ਸੜੀ ਆ, ਬਿਲਕੁਲ ਆਰਥਿਕ ਤੌਰ ਤੇ ਕਮਜ਼ੋਰ ਨੇ। ਜੱਟ ਦੀ ਫਸਲ 6 ਮਹੀਨੇ ਜੱਟ ਪੁੱਤਾਂ ਵਾਂਗੂ ਪਾਲਦਾ, ਤੇ ਮਗਰੋਂ ਜਦੋਂ ਅੱਗ ਲੱਗ ਜੇ ਆ ਹਾਲਾਤ ਬਣ ਜਾਣ, ਇਹ ਜੱਟ ਦਾ ਦਿਲ ਹੀ ਜਾਣਦਾ ਉਦੋਂ ਵੀ ਉਹਦੇ ਤੇ ਕੀ ਬੀਤਦੀ ਆ। ਪੱਕੀ ਫਸਲ ਵੀਰ ਜੀ ਆ 10-12 ਕਿੱਲੇ 3-4 ਘਰਾਂ ਦੀ ਸੜ ਕੇ ਸੁਆਹ ਹੋ ਗਈ ਆ। ਆ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਆ, ਬੜੇ ਜ਼ੋਰ ਦੇ ਨਾਲ ਮੁਸ਼ੱਕਤ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ। 2 ਪਿੰਡਾਂ ਦੀ ਸੰਗਤ ਨੇ ਇਕੱਠੀ ਹੋ ਕੇ ਟਰੈਕਟਰਾਂ ਦੇ ਨਾਲ ਵਾਹ ਕੇ। ਸੋ ਮੇਰੇ ਵੱਲੋਂ ਬੇਨਤੀ ਆ ਦੋਵਾਂ ਪਿੰਡਾਂ ਦੀਆਂ ਸੰਗਤਾਂ ਨੂੰ, ਤੇ ਬਾਹਰ ਮੇਰੇ ਜੋ ਵੀ ਵੀਰ NRI ਭਰਾ ਬੈਠੇ ਆ, ਵੀ ਅਸੀਂ ਪਿੰਡ ਵੱਲੋਂ ਕੋਈ ਉਪਰਾਲਾ ਕਰਾਂਗੇ ਤੇ ਜੋ ਸਰਦਾ ਬਣਦਾ ਆਪਣੇ ਦਸਵੰਧ ਦੇ ਵਿੱਚੋਂ ਕੱਢ ਕੇ ਇਹਨਾਂ ਵੀਰਾਂ ਦੀ ਅਸੀਂ ਮਦਦ ਕਰਾਂਗੇ, ਕਿਉਂਕਿ ਇਹਨਾਂ ਦੇ ਜੱਟ ਦੇ ਕੋਲ ਇੱਕ ਹੀ ਵਸੀਲਾ ਹੁੰਦਾ ਵਾ ਕਿ ਆਪਣੀ ਫਸਲ 6 ਮਹੀਨੇ ਆਪਾਂ ਫਸਲ ਦੇ ਮੂੰਹ ਵੱਲੇ ਵੇਂਦੇ ਰਹਿੰਦੇ ਆ। ਬੱਚਿਆਂ ਪਰਿਵਾਰਾਂ ਦੇ ਵਿੱਚ ਇਹੋ ਹੀ ਆਨੇ ਆ, ਪੁੱਤ ਕਣਕ ਵੱਢ ਲੈਣ ਦੇ, ਬੇਟਾ ਕਣਕ ਵੱਢ ਲੈਣ ਦੇ, ਆਹ ਕੰਮ ਕਰਾਂਗੇ ਉਹ ਕਰਾਂਗੇ, ਤੇ ਜਦੋਂ ਪੱਕੀ ਫਸਲ ਨੂੰ ਅੱਗ ਲੱਗ ਜੇ ਵੀਰ ਜੀ, ਉਦੋਂ ਜੱਟ ਦਾ ਦਿਲ ਜਾਣਦਾ ਜੇ। ਸੋ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾਊਗਾ ਵੀ ਇਹਨਾਂ ਵੀਰਾਂ ਦੀ ਪਿੰਡ ਤੌਰ ਤੇ ਮਦਦ ਕੀਤੀ ਜਾਊਗੀ। ਜਿਨ੍ਹਾਂ ਵੀਰਾਂ ਨੇ ਯੋਗਦਾਨ ਪਾਉਣਾ ਹੋਵੇ, NRI ਭਰਾਵਾਂ ਨੇ ਵੀ, ਉਹ ਪਾ ਸਕਦਾ ਵਾ। ਸਿੱਧੀ ਜੋ ਵੀ ਰਕਮ ਆਵੇਗੀ ਉਹ ਸਰਦਾਰ ਪ੍ਰਗਟ ਸਿੰਘ ਸੈਦਪੁਰ, ਸਨ ਆਫ ਪ੍ਰੀਤਮ ਸਿੰਘ, ਤੇ ਬੱਠੇ ਭੈਣੀ ਦੇ ਜਿਹੜੇ ਸਿੰਘ ਉਹਨਾਂ ਦੇ ਨਾਂ, ਇਹ ਬੱਠੇ ਭੈਣੇ ਸਰਪੰਚ ਸਾਹਿਬ ਖੜੇ ਨੇ, ਦੱਸ ਦੇਣਗੇ, ਉਹਨਾਂ ਦੇ ਨਾਂ ਤੇ ਸਿੱਧੀ ਟਰਾਂਸਫਰ ਕੀਤੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਲੰਧਰ ਦੇ ਵਿੱਚ ਗੋਲੀਆਂ ਚੱਲਣੀ ਇੱਕ ਆਮ ਗੱਲ ਹੋ ਗਈ ਹੈ। ਆਏ ਦਿਨ ਕਿਤੇ ਨਾ ਕਿਤੇ ਆਪਸੀ ਰੰਜਿਸ਼ ਕਰਕੇ ਜਾਂ ਹੋਰ ਕਿਸੇ ਗੱਲ ਕਰਕੇ ਗੋਲੀਆਂ ਚੱਲ ਰਹੀਆਂ ਨੇ। ਅਜਿਹਾ ਇੱਕ ਮਾਮਲਾ ਜਲੰਧਰ ਦੇ ਤਲਹਨ ਰੋਡ ਉੱਤੇ ਪੈਂਦੇ ਦਕੋਹਾ ਇਲਾਕੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਯੁਵਕ ਜਦ ਆਪਣੇ ਭਰਾ ਨੂੰ ਸਕੂਲੋਂ ਲੈ ਕੇ ਆ ਰਿਹਾ ਸੀ ਤਾਂ 3 ਮੋਟਰਸਾਈਕਲ ਸਵਾਰ ਯੁਵਕਾਂ ਨੇ ਉਸ ਨਾਲ ਪਹਿਲਾਂ ਹੱਥੋਂ-ਪਾਈ ਕੀਤੀ, ਫਿਰ ਉਸ ਉੱਤੇ ਗੋਲੀ ਚਲਾ ਦਿੱਤੀ। ਇਸ ਘਟਨਾ ਵਿੱਚ ਯੁਵਕ ਦੇ ਪੱਟ ਤੇ ਗੋਲੀ ਲੱਗਣ ਨਾਲ ਉਹ ਘਾਇਲ ਹੋ ਗਿਆ, ਲੇਕਿਨ ਉਸ ਦੀ ਜਾਨ ਬਚ ਗਈ। ਕੀ ਮਾਮਲਾ ਹੈ? ਅੱਜ ਤੁਸੀਂ CP ਦਫ਼ਤਰ ਆਏ ਕੀ ਹੈ? ਅੱਜ ਜਿਹੜਾ ਪਿਛਲੇ ਦਿਨੀ ਸਾਰਿਆਂ ਨੂੰ ਪਤਾ ਕਿ ਇੱਕ ਨਸ਼ਾ ਤਸਕਰਾ ਜਿਹੜਾ ਨਸ਼ੇ ਦੇ ਸਮੇਤ ਫੜਾਇਆ ਸੀਗਾ, ਉਹਦੇ ਕੋਲ ਨਕਦੀ ਵੀ ਮਿਲੀ ਸੀ, ਉਸ ਦੇ ਉੱਤੇ FIR ਵੀ ਦਰਜ ਹੋਈ ਆ। ਮੁੰਡੀਆਂ ਚੌਂਕੀ ਹੈ ਜਿਹੜੀ ਪੁਲਿਸ ਥਾਣਾ ਜਮਾਲਪੁਰ, ਤੇ ਉਸ ਦੇ ਵਿੱਚੋਂ ਜਿਹੜੀ ਨਕਦੀ ਮਿਲੀ ਸੀਗੀ, ਤੇ ਉਸ ਤੋਂ ਬਾਅਦ FIR ਹੋਣ ਤੋਂ ਬਾਅਦ ਉਹ ਜੇਲ੍ਹ ਚਲੇ ਕੇ ਭੇਜ ਦਿੱਤਾ ਗਿਆ। ਤੇ ਪਰ ਜਿਹੜਾ ਮੇਨ ਪਤੀ ਪਤਨੀ ਦੋਸ਼ੀ ਸੀਗੇ ਉੱਥੇ, ਤੇ ਉਹਨਾਂ ਦੇ ਉੱਤੇ ਜਿਹੜੀ ਆਪਣੀ ਪਹਿਲਾਂ ਤੋਂ ਹੀ ਮੰਗ ਸੀਗੀ ਵੀ ਇਹ ਜਿਹੜਾ ਬੰਦਾ ਉਹ ਮੇਨ ਦੋਸ਼ੀ ਨਹੀਂ ਹੈਗਾ। ਮੇਨ ਦੋਸ਼ੀ ਆ ਜਿਹੜਾ ਉਹ ਤਾਂ ਵੇਚਣ ਵਾਲਾ ਸੀ, ਉਹਨਾਂ ਤੋਂ ਲੈ ਕੇ ਮੇਨ ਦੋਸ਼ੀ ਪਤੀ ਪਤਨੀ ਨੇ ਜਿਹੜੇ ਉੱਥੇ ਨਸ਼ੇ ਦਾ ਕੰਮ ਕਰਦੇ ਨੇ। ਤੇ ਉਹ ਪਤੀ ਪਤਨੀ ਦੇ ਉੱਤੇ ਜਿਹੜੀ FIR ਕਰਾਉਣ ਵਾਸਤੇ ਮੈਂ ਕਰ ਵੀ ਰਿਹਾ ਸੀ, ਬਾਰ-ਬਾਰ ਉਹਨਾਂ ਨੂੰ ਤਾਲਮੇਲ ਵੀ ਬਣਾ ਰਿਹਾ ਸੀ, ਪਰ ਪੁਲਿਸ ਆ ਜਿਹੜੀ ਮੁੰਡੀਆਂ ਪੁਲਿਸ ਚੌਂਕੀ ਜਾਂ ਜਮਾਲਪੁਰ ਥਾਣੇ ਦੀ ਕਹਿ ਲਓ, ਕੋਈ ਵੀ ਜਿਹੜਾ ਸਹਿਯੋਗ ਨਹੀਂ ਦੇ ਰਹੇ ਸੀ। ਔਰ ਕੱਲ੍ਹ ਦੀ ਗੱਲ ਆ, ਕੱਲ੍ਹ ਮਿਤੀ 15 ਅਪ੍ਰੈਲ ਦੀ 10 ਤਰੀਕ ਦੀ FIR ਜਿਹੜੀ ਪਹਿਲਾਂ ਹੋਈ ਵੀ ਆ, ਔਰ ਕੱਲ੍ਹ ਇੱਕ ਉਹ ਜਿਹੜਾ ਸਮਾਨ ਆ ਜਿਹੜਾ ਆਪਣਾ ਚੱਕ ਕੇ ਉਸ ਮਕਾਨ ਕਿਰਾਏ ਦੇ ਮਕਾਨ ਦੇ ਵਿੱਚੋਂ ਲੈ ਕੇ ਜਾ ਰਿਹਾ ਸੀ, ਔਰ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਵੀ ਜਦੋਂ ਜਿਹੜਾ ਮੇਨ ਦੋਸ਼ੀ ਆ ਉਹ ਸਮਾਨ ਹੀ ਚੱਕ ਕੇ ਲੈ ਗਿਆ ਤੇ ਫਿਰ ਉਸ ਨੂੰ ਕਿਵੇਂ ਬਾਅਦ 'ਚ ਭਾਲੋਗੇ। ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਨੂੰ ਬਚਾਉਣ ਦੇ ਲਈ ਸਾਰਾ ਖੇਡ ਰਹੀ ਸੀ, ਉਸ ਨੂੰ ਉੱਥੋਂ ਕੱਢ ਰਹੀ ਸੀ ਵੀ ਇੱਕ ਵਾਰ ਮਹੱਲੇ 'ਚੋਂ ਗਿਆ ਤੇ ਬਾਅਦ ਵਿੱਚ ਮਹਿਦੂਦਾਂ ਨੂੰ ਵੀ ਕਹਿ ਦਾਂਗੇ ਵੀ ਚਲੋ ਬੰਦਾ ਤੁਹਾਡੇ ਮਹੱਲੇ 'ਚੋਂ ਗਿਆ, ਹੁਣ ਤੁਹਾਨੂੰ ਕੀ ਲੈਣਾ। ਤੇ ਉਹ ਜਦੋਂ ਮੈਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਸ ਵੇਲੇ ਕੋਈ ਨਹੀਂ ਉਹ ਕੀਤੀ। ਜਦੋਂ ਸਮਾਨ ਲੈ ਕੇ ਜਾ ਰਹੇ ਸੀ ਤੇ ਇੱਕ ਸ਼ੱਕੀ ਵਿਅਕਤੀ ਦੇ ਪਿੱਛਾ ਕਰਕੇ ਮੈਂ ਉੱਥੇ ਪੁਲਿਸ ਨੂੰ ਫੜਾਇਆ ਵੀ ਆ। ਤੇ ਮੈਂ ਫਿਰ ਵੀ ਕਹਿ ਦਿੰਦਾ ਇੱਕ ਵਾਰੀ ਵੀ ਉਹ ਵਿਅਕਤੀ ਆ ਦੋਸ਼ੀ ਆ, ਮੈਨੂੰ ਨਹੀਂ ਪਤਾ, ਉਹ ਜਾਂਚ ਕਰੇ ਪੁਲਿਸ, ਪਰ ਉਹ ਕਿਤੇ ਨਾ ਕਿਤੇ ਉੱਥੇ ਉਹਨਾਂ ਦੀ ਕੋਈ ਲੱਗਦੀ ਸੀ ਵੀ ਉਹਦੀ ਉੱਥੇ ਉਹਨਾਂ ਦੀ ਕੋਈ ਨਾ ਕੋਈ ਆਪਸ ਵਿੱਚ ਸੁਰ ਮਿਲਦੀ ਆ। ਤੇ ਉਸ ਤੋਂ ਇਲਾਵਾ ਜਦੋਂ ਅਸੀਂ ਅੰਦਰ ਬੰਦਾ ਹਲੇ ਫੜਾਏ ਸੀ ਪੁਲਿਸ ਚੌਂਕੀ ਮੁੰਡੀਆਂ ਦੇ ਵਿੱਚੋਂ ਮੈਨੂੰ ਫੇਰ ਫੋਨ ਆਇਆ ਵੀ ਤੁਸੀਂ ਚੌਂਕੀ ਆ ਜਾਓ। ਮੈਂ ਉਹਨਾਂ ਨੂੰ ਉਸੇ ਵੇਲੇ ਕਿਹਾ ਵੀ ਮੈਂ ਚੌਂਕੀ ਬਾਅਦ ਵਿੱਚ ਆਵਾਂਗਾ, ਤੁਸੀਂ ਪਹਿਲਾਂ ਮੁਰਗੀ ਫਾਰਮ ਕੋਲ ਆ ਜਾਓ, ਕਿਉਂਕਿ ਮੁਰਗੀ ਫਾਰਮ ਕੋਲ ਜਿਹੜਾ ਅਸਲ ਦੋਸ਼ੀ ਆ ਹੁਣੇ ਕਿਸੇ ਨੂੰ ਜਿਹੜਾ ਚਿੱਟਾ ਦੇ ਕੇ ਗਿਆ। ਔਰ ਉਹ 2 ਨੌਜਵਾਨ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਕੇਬਲ ਦਾ ਕੰਮ ਕਰਦਾ, ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉਹ ਮੈਨੂੰ ਵੀ ਜਾਣਦਾ, ਤੇ ਇੱਕ ਸਰਦਾਰ ਜੀ ਸੀ ਹੋਰ, ਉਹ ਟੀਕਾ ਵੀ ਲਾ ਰਹੇ ਸੀ। ਔਰ ਉਹਨਾਂ ਨੇ ਦੱਸਿਆ ਵੀ ਇੱਥੇ ਹੀ ਜਿਹੜੇ ਨੇ
ਵੀ ਇੱਥੇ ਹੀ ਹੁਣੇ ਗਿਆ ਇੱਧਰ ਸਕੂਲ ਵਾਲੀ ਗਲੀ ਨੂੰ, ਤੇ ਉਹਨਾਂ ਨੇ ਕੁਦਰਤੀ ਖੜੇ ਹੋ ਕੇ ਜਦੋਂ ਦੇਖਿਆ ਤਾਂ ਸਾਹਮਣੇ ਉਹ ਬੰਦਾ ਖੜਾ ਸੀ ਕਿਸੇ ਦੂਰ ਜਗ੍ਹਾ ਦੇ ਉੱਤੇ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਸਾਹਮਣੇ ਉਹ ਤਾਂ ਖੜਾ, ਉਹ ਵੀ ਤੁਸੀਂ ਉਹ ਬੜਾ ਖੜਾ, ਤੇ ਅਸੀਂ ਉੱਥੇ ਉਹਨਾਂ ਨੂੰ ਮਿਲਣ ਵਾਸਤੇ, ਉਹਨੂੰ ਫੜਨ ਵਾਸਤੇ ਜਾਂ ਪੁਲਿਸ ਦੀ ਮਦਦ ਕਰਨ ਵਾਸਤੇ ਜਦੋਂ ਉਹਦੇ ਨੂੰ ਗਏ ਤਾਂ ਮੇਰੇ ਤੇ ਜਾਨਲੇਵਾ ਜਿਹੜਾ ਹਮਲਾ ਹੋਇਆ ਸੀ ਉਸ ਦੇ ਤਹਿਤ ਪੁਲਿਸ ਜਿਹਨੇ FIR ਨੰਬਰ 88 ਰਣਧੀਰ ਸਿੰਘ ਤੇ ਉਸ ਦੀ ਪਤਨੀ ਲਖਵਿੰਦਰ ਕੌਰ ਤੇ ਦਰਜ ਕਰ ਦਿੱਤੀ ਆ। ਪਰ ਮੇਰੀ ਮੰਗ ਸੀ ਕਿ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਉਹ ਧਾਰਾ ਜੋੜੀ ਜਾਵੇ, ਤੇ ਇਸ ਤੋਂ ਇਲਾਵਾ ਉਹ ਨਸ਼ੇ ਦੇ ਵਿੱਚ ਸ਼ਮੂਲੀਅਤ ਆ ਉਹ ਧਾਰਾ ਜੋੜ ਕੇ ਉਹਨਾਂ ਦੀ ਗ੍ਰਿਫਤਾਰੀ ਕਰਕੇ ਮੇਰੀ ਜਿਹੜੀ ਸਿੱਖਿਆ ਮੇਰੇ ਤੇ ਮੇਰੇ ਪਰਿਵਾਰ ਦੇ ਜਿਹੜਾ ਜਾਨ ਜੋਖਮ ਦੇ ਵਿੱਚ ਪੈ ਸਕਦੀ ਆ, ਜਾਨ ਮਾਲ ਦਾ ਖਤਰਾ ਹੋ ਸਕਦਾ, ਉਹਦੇ ਤਹਿਤ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਨੇ ਅੱਜ ਅਚਨਚੇਤ ਦੌਰਾ ਕੀਤਾ ਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਕੀਤੀ। ਇਸ ਮੌਕੇ ਕਈ ਬੱਸਾਂ ਦੇ ਚਲਾਨ ਵੀ ਕੱਟੇ ਗਏ ਤੇ ਕਈ ਬੱਸਾਂ ਇੰਪਾਊਂਡ ਕੀਤੀਆਂ ਗਈਆਂ। ਇਸ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਕਿਹਾ ਕਿ ਬੱਸ ਮਾਲਕ ਆਪਣਾ ਬਣਦਾ ਟੈਕਸ ਭਰਨ ਤੇ ਉਹੀ ਬੱਸਾਂ ਚਲਾਉਣ ਜਿਨ੍ਹਾਂ ਦੇ ਉਹਨਾਂ ਕੋਲ ਪਰਮਿਟ ਹਨ। ਹੁੰਦੇ ਰਹੇ ਆ ਸਰਕਾਰ ਗੱਲ ਤੇ ਸੁਣੋ, ਹੁਣ ਜੇ ਹੁੰਦੇ ਰਹੇ ਤਾਂ ਹੁਣ ਅਸੀਂ ਰੋਕ ਵੀ ਰਹੇ ਆ। ਅੱਗੇ ਤਾਂ ਹੋਇਆ ਕੋਈ ਟਰਾਂਸਪੋਰਟ ਮੰਤਰੀ ਤਾਂ ਆ ਕੇ ਕਿਤੇ ਬੱਸਾਂ ਚੈੱਕ ਕਰ ਵੇਖੋ, ਉਹਦੇ ਇੱਕ ਪਰਿਵਾਰ ਦੀਆਂ ਨੂੰ ਚੈੱਕ ਕੀਤਾ ਨਾ, ਇੱਕੋ ਪਰਿਵਾਰ ਨੂੰ ਕੀਤਾ ਨਾ, ਅਸੀਂ ਸਾਰਿਆਂ ਨੂੰ ਕਰਾਂਗੇ। ਕੱਲ ਜੀਰਕਪੁਰ ਚੈੱਕ ਕੀਤਾ, ਉਹਦੇ ਤੋਂ ਪਹਿਲਾਂ ਅੰਮ੍ਰਿਤਸਰ ਚੈੱਕ ਕੀਤਾ, ਅੱਜ ਜਲੰਧਰ ਚੈੱਕ ਕਰ ਰਹੇ ਆ। ਰੋਜ਼ ਹਰ ਸ਼ਹਿਰ ਦੇ ਵਿੱਚ ਜਾਵਾਂਗੇ, ਹਰ ਬੱਸ ਸਟੈਂਡ ਚੈੱਕ ਕਰਾਂਗੇ। ਅੱਜ ਬੱਸ ਸਟੈਂਡ ਚੈੱਕ ਹੋਇਆ ਜੀ, ਚੱਲੇ ਆ ਬੱਸ ਹੁਣ ਇੱਥੋਂ ਵਿਹਲੇ ਹੋ ਕੇ ਫੇਰ ਉੱਧਰ ਨੂੰ ਜਾਵਾਂਗੇ, ਆ ਚੈੱਕ ਕਰਨੇ ਆ। ਜਿਹੜੀ ਬੱਸ ਪਾਈ ਜਾਊਗੀ ਵੀ ਕਾਗਜ਼ ਘੱਟ ਨੇ ਜਾਂ ਟੈਕਸ ਚੋਰੀ ਕੀਤਾ ਜਾਂ ਪਰਮਿਟ ਜਿਹੜਾ ਉਹ ਖਤਮ ਹੋਇਆ, ਰੀਨਿਊ ਨਹੀਂ ਹੋਇਆ, ਉਹ ਚੱਲਦੇ ਆ, ਸਾਰਿਆਂ ਤੇ ਕਾਰਵਾਈ ਕਰਾਂਗੇ। ਜਲੰਧਰ ਦੇ ਗੁਰੂ ਨਾਨਕਪੁਰਾ ਮੁਹੱਲੇ ਦੇ ਨਾਲ ਲੱਗਦੀ ਰੇਲਵੇ ਕਲੋਨੀ ਦੀਆਂ ਝਾੜੀਆਂ ਵਿੱਚ ਅਚਾਨਕ ਅੱਗ ਲੱਗ ਗਈ ਤੇ ਬੜੀ ਮੁਸ਼ਕਲ ਨਾਲ ਅੱਗ ਬੁਝਾਊ ਦਸਤਿਆਂ ਨੇ ਅੱਗ ਤੇ ਕਾਬੂ ਪਾਇਆ, ਨਹੀਂ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਆਰਡਰ ਸਾਨੂੰ ਕਾਲ ਆਈ ਸੀ ਜੀ ਸਬ ਸਟੇਸ਼ਨ ਗਮੂਰੀਆ ਕੋਲ, ਤੇ ਰੇਲਵੇ ਕੁਆਟਰਾਂ ਦੇ ਕੋਲ ਜੰਗਲਾਂ ਦੀ ਅੱਗ ਲੱਗੀ ਹੋਈ ਆ। 5 ਤੋਂ 7 ਮਿੰਟ ਦੇ ਵਿੱਚ ਅਸੀਂ ਗੱਡੀ ਲੈ ਕੇ ਆਏ ਹਾਂ ਤੇ ਅੱਗ ਆ ਕੇ ਦੇਖਿਆ, ਅੱਗ ਬਹੁਤ ਜ਼ਿਆਦਾ ਸੀਗੀ। ਅੱਗ ਤੇ ਪਾਣੀ ਚਲਾਇਆ ਗਿਆ ਔਰ ਅੱਗ ਤੇ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋ ਪਾਇਆ। ਅਸੀਂ 5 ਤੋਂ 6 ਜਣੇ ਲੈ ਕੇ ਆਏ ਹਾਂ ਇੱਥੇ ਬੰਦੇ, ਤੇ ਇਹਨਾਂ ਨੇ ਅੱਗ ਤੇ ਕਾਬੂ ਪਾਇਆ। ਇਹ ਸਰ ਗੱਡੀਆਂ ਇੱਥੇ ਕਿੰਨੀਆਂ ਆਈਆਂ ਜੀ? 2 ਗੱਡੀਆਂ ਆ ਗਈਆਂ ਜੀ, ਇੱਕ ਦਮੂਰੀਆ ਪੁਲ ਤੋਂ ਆ ਗਈ ਸਬ ਸਟੇਸ਼ਨ, ਇੱਕ ਹੈੱਡਕੁਆਟਰ ਤੋਂ ਟੈਂਕਰ ਮੰਗਾਇਆ ਗਿਆ ਜੀ। ਸਾਨੂੰ 2-2.5 ਘੰਟੇ ਹੋ ਗਏ ਅੱਗ ਬੁਝਾਉਂਦੇ ਨੂੰ ਇੱਥੇ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਖੇਤਰ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਜਦੋਂ ਇੱਕ ਹੋਟਲ ਮਾਲਕ ਦੇ ਉੱਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਬੜੀ ਮੁਸ਼ਕਲ ਨਾਲ ਉਸਨੇ ਆਪਣੀ ਜਾਨ ਬਚਾਈ। ਦੱਸਣ ਮੁਤਾਬਕ ਉਹ ਆਪਣੇ ਦੋਸਤ ਨਾਲ ਕਾਫੀ ਸ਼ੌਪ ਤੇ ਕਾਫੀ ਪੀਣ ਲਈ ਆਇਆ ਸੀ। ਸਰ ਆਪਣਾ ਨਾਮ ਤੋਂ ਡੈਗਨੇਸ਼ਨ ਕਰ। ਹਾਂਜੀ ਜੀ ਸਰ ਦੱਸੋ ਜੀ। ਸਰ ਆਪਣਾ ਨਾਮ ਤੋਂ ਡੈਗਨੇਸ਼ਨ। ਨਿਸ਼ਾਨ ਸਿੰਘ SHO ਰਣਜੀਤ। ਸਰ ਕੀ ਗੱਲ ਹੋਈ ਪੂਰੀ? ਇੱਥੇ ਫਾਇਰਿੰਗ ਹੋਈ ਹੈ ਜੀ, ਉਹਦੇ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਾਰਨ ਕੀ ਸਮਝਿਆ ਜਾ ਰਿਹਾ ਸਰ? ਕਾਰਨ ਦੌਰਾਨੇ ਤਫਤੀਸ਼ ਪਤਾ ਲੱਗੇਗਾ ਕੀ ਕਾਰਨ ਨੇ। ਸਰ ਗੋਲੀ ਕਿਹਦੇ ਉੱਪਰ ਚੱਲੀ, ਕਿਹਨਾਂ ਵੱਲੋਂ ਚਲਾਈ ਗਈ ਹੈ ਕੁਝ ਪਤਾ ਤੇ ਇਹਦੇ ਬਾਰੇ ਤਾਂ ਨਹੀਂ, ਕਿਹਨਾਂ ਵੱਲੋਂ? ਹਰਪ੍ਰੀਤ ਸਿੰਘ ਚੱਡਾ ਸਨ ਆਫ ਸਰਦਾਰ ਇੰਦਰਪ੍ਰੀਤ ਸਿੰਘ ਚੱਡਾ, ਗ੍ਰੀਨ ਐਵੀਨਿਊ, ਇਹਨਾਂ ਤੇ ਚੱਲੀ। ਤੇ ਸਰ ਗੋਲੀ ਚੱਲੀ ਕਿੱਥੇ ਹੈ? ਹਾਂਜੀ, ਸਟਾਰਬਕ ਦੇ ਬਾਹਰ। ਤੇ ਸਰ ਕੋਈ ਕਹਿੰਦੇ ਕਾਫੀ ਫਾਇਰ ਹੋਏ ਨੇ, ਕਿੰਨੇ ਫਾਇਰ ਹੋਏ? ਕਰ ਰਹੇ ਜਾਂਚ ਕਰ। CCTV ਕੋਈ ਆਈ ਸਾਹਮਣੇ ਸਰ? ਦੇਖ ਰਹੇ ਸਾਰਾ, ਖੰਗਾਲ ਰਹੇ CC, ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ। ਗੋਲੀ ਲੱਗੀ ਹੈ ਕਿਸੇ ਨੂੰ? ਨਹੀਂ। ਕਹਿੰਦੇ ਪੰਨ ਤੋੜ ਵੀ ਕਾਫੀ ਗੱਡੀਆਂ ਦੀ ਹੋਈ ਸਰ। ਨਹੀਂ, ਗੱਡੀਆਂ ਦੀ ਭੰਨ ਤੋੜ ਨਹੀਂ, ਉਹੀ ਗੱਡੀ ਇੱਕੋ ਹੀ ਹੈ ਜਿੱਥੇ ਜਲਦ ਤੋਂ ਜਲਦ ਫੜਾਂਗੇ। ਅਜਨਾਲਾ ਦੇ ਪਿੰਡ ਕੋਟਲਾ ਕਾਜੀ ਅੰਦਰ ਪੋਟਾਸ਼ ਫਟਣ ਨਾਲ ਇੱਕ ਬੱਚੇ ਦੀ ਮੌਤ ਹੋਣ ਅਤੇ 2 ਬੱਚਿਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ, ਜਿਸ ਦੀ ਖੁਸ਼ੀ ਵਿੱਚ ਬੱਚਿਆਂ ਵੱਲੋਂ ਪਟਾਕੇ ਚਲਾਉਣ ਲਈ ਪੋਟਾਸ਼ ਨੂੰ ਕੁੱਟਿਆ ਜਾ ਰਿਹਾ ਸੀ। ਇਸ ਦੌਰਾਨ ਕੁੱਟਦੇ ਹੋਏ ਪੋਟਾਸ਼ ਦਾ ਬਲਾਸਟ ਹੋ ਗਿਆ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਤੇ 2 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਂਜੀ ਸਰ, ਕਿਹੜਾ ਪਿੰਡ ਹੈ, ਕੀ ਮਾਮਲਾ ਜੀ? ਇਹ ਕੋਟਲਾ ਕਾਜੀਆਂ ਪਿੰਡ ਆ ਜੀ, ਚਮਿਆਰੀ ਦੇ ਨਜ਼ਦੀਕ। ਕੱਲ੍ਹ ਪਿੰਡ 'ਚ ਟੂਰਨਾਮੈਂਟ ਸੀ ਤੇ ਉਹਦੀ ਜਿਵੇਂ ਜਿੱਤ ਦੀ ਖੁਸ਼ੀ ਜਾਂ ਜਿਵੇਂ ਪਿੰਡਾਂ ਦੇ ਵਿੱਚ ਨਗਰ ਕੀਰਤਨ ਲੰਘਦਿਆਂ ਕੋਈ ਆਤਿਸ਼ਬਾਜ਼ੀ ਚਲਾਉਂਦੇ ਆ। ਇਹ ਪਤਾ ਇੰਨਾ ਪਤਾ ਲੱਗਾ ਵੀ ਪੋਟਾਸ ਸੀ ਥੋੜੀ ਜਿਹੀ, ਇੱਕ ਡਲਾ ਟਾਈਪ। ਉਹਨੂੰ ਇਹ ਬੱਚੇ ਤਿੰਨੇ ਜਿਹੜੇ ਹੈਗੇ ਆ ਤੇ ਉਹਨੂੰ ਫੇਰ ਰਿਹਾ ਸੀ, ਬਰੀਕ ਕਰ ਰਿਹਾ ਸੀ ਤੇ ਉਹ ਧਮਾਕਾ ਹੋ ਗਿਆ, ਫਟ ਗਈ ਉਹ ਪੋਟਾਸ ਤੇ ਜਿਹਦੇ ਨਾਲ ਇੰਜਰਡ ਹੋ ਗਿਆ ਸੀ ਸੁਖਜੀਤ ਸਿੰਘ ਤੇ ਤਰਨਪ੍ਰੀਤ। ਐਡਮਿਟ ਸੀ ਅਮਨਦੀਪ ਹਸਪੀਟਲ। ਉੱਥੋਂ ਜਿਹੜਾ ਹੈਗਾ ਵਾ ਸੁਖਜੀਤ ਸਿੰਘ ਦੀ ਤੇ ਐਕਸਪਾਇਰ ਹੋ ਗਏ ਨੇ ਤੇ ਬਾਕੀ ਪੁਲਿਸ ਦੀ ਕਾਰਵਾਈ ਕੰਟੀਨਿਊ ਚੱਲ ਰਹੀ ਹੈ। ਸਰ ਇੱਕ ਪਤਾ ਲੱਗਾ ਕਿੱਥੋਂ ਲੈ ਕੇ ਆਏ? ਸਾਰਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਮੌਕੇ ਤੇ ਸਾਰੇ ਹੋਰ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਤੇ ਦੇਖ ਰਹੇ ਸਾਰਾ। ਹਾਂਜੀ ਭਾਜੀ, ਕੀ ਨਾਂ ਹੈ, ਕਿਹੜਾ ਪਿੰਡ ਹੈ ਤੇ ਕੀ ਗੱਲਬਾਤ ਹੋਈ ਹੈ? ਹਾਂਜੀ ਭਾਜੀ, ਸਕੱਤਰ ਸਿੰਘ ਮੇਰਾ ਨਾਂ ਜੀ, ਪਿੰਡ ਕੋਟਲਾ ਕਾਜੀਆਂ। ਤੇ ਸਾਡੇ ਨਾਲ ਇੱਥੇ ਟੂਰਨਾਮੈਂਟ ਹੋ ਰਹੀ ਹੈ ਵਾਲੀਬਾਲ ਦੀ। ਸ਼ਾਮ ਦਾ ਕੋਈ 7 ਵਜੇ ਦਾ ਟਾਈਮ ਹੋ ਗਿਆ। ਮੈਂ ਤੇ ਘਰੇ ਨਹੀਂ, ਮੈਂ ਤਾਂ ਮਿਲਕ ਪਲਾਂਟ ਵੇਰਕਾ 'ਚ ਡਿਊਟੀ ਕਰਦਾ ਤੇ ਮੈਂ ਆਪਣੀ ਡਿਊਟੀ 'ਤੇ ਗਿਆ ਸੀਗਾ
ਤੇ ਇਹ ਕਿਤੇ ਬਾਅਦ 'ਚ ਉੱਥੇ ਕਿਤੇ ਪਿੰਡ ਦੀ ਟੀਮ ਕੋਈ ਜਿੱਤੀ ਆ ਤੇ 3 ਬੱਚੇ ਨੇ, ਇੱਕ ਜਪ ਮੋਹਿਤਪ੍ਰੀਤ ਮੇਰਾ ਬੇਟਾ ਵਾ, ਤੇ ਇੱਕ ਪਿੰਡ ਦਾ ਸੁਖਜੀਤ, ਇੱਕ ਤਰਨਪ੍ਰੀਤ ਆ। 3 ਬੱਚੇ ਕਿਤੇ ਪਟਾਸ ਪਟੂਸ ਲਿਆ ਕੇ ਜਿਹੜਾ ਕੋਈ ਪਟਾਕੇ ਜਿਹੇ ਚਲਾਉਂਦੇ ਉਹ ਲੈਣ ਗਏ ਨੇ, ਉਹ ਲਿਆ ਕੇ ਤੇ ਕਿਤੇ ਇੱਥੇ ਕੁੱਟਣ ਡਏ ਨੇ ਕੁੰਡੇ ਡੰਡੇ ਦੇ ਵਿੱਚ। ਉਹ ਕਿਤੇ ਚੰਗਿਆੜੀ ਨਿਕਲੀ ਤੇ ਉਹ ਬਲਾਸਟ ਹੋਇਆ ਤੇ ਉਹਦੇ ਵਿੱਚ ਇਹ ਜਿਹੜਾ ਮਤਲਬ ਹਾਦਸਾ ਹੋਇਆ। ਕੀ ਹੋਇਆ? ਕੌਣ ਸੱਟਾਂ ਵਟਾਂ ਲੱਗੀਆਂ ਕਿਸੇ ਨੂੰ? ਹਾਂਜੀ ਸੱਟਾਂ ਲੱਗੀਆਂ। ਇੱਕ ਦੇ ਦੱਸਣ ਡਏ ਨੇ ਮਤਲਬ ਬੇਟੇ ਇੱਕ ਦੀ ਤੇ ਡੈਥ ਹੋ ਗਈ ਸੁਖਜੀਤ ਸਿੰਘ ਦੀ, ਤੇ ਜਿਹੜਾ ਤਰਨਪ੍ਰੀਤ ਆ ਉਹਦੇ ਹੱਥਾਂ ਤੇ ਮਤਲਬ ਲੱਤਾਂ ਦੇ ਪੈਰਾਂ ਤੇ ਆ। ਇਹ ਪਤਾ ਲੱਗਾ ਬੱਚੇ ਕਿੱਥੋਂ ਲੈ ਕੇ ਆਏ? ਹਾਂਜੀ ਨਹੀਂ ਇੰਨਾ ਨਹੀਂ ਪਤਾ, ਇਹਦੇ ਬੱਚਿਆਂ ਨੂੰ ਪਤਾ, ਉਹਨਾਂ ਕੋਲ ਪੁੱਛਿਆ ਜਾਊਗਾ ਕਿੱਥੋਂ ਲਿਆਂਦੀ ਕੀ ਚੱਕਰ ਆ। ਹਾਂਜੀ। ਦੁਖਦਾਈ ਖਬਰ ਹੁਸ਼ਿਆਰਪੁਰ ਦੇ ਮਹੱਲਾ ਕਮਾਲਪੁਰ ਤੋਂ ਹੈ। ਦੱਸ ਦਈਏ ਕਿ ਬੀਤੇ ਕੱਲ ਦਿੱਲੀ ਦੇ ਇੱਕ ਮੈਟਰੋ ਸਟੇਸ਼ਨ ਤੋਂ ਦੀਆ ਨਾਂ ਦੀ ਇੱਕ ਕੁੜੀ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਅੱਜ ਸਵੇਰੇ ਦਿੱਲੀ ਦੇ ਹਸਪੀਟਲ ਵਿੱਚ ਮੌਤ ਹੋ ਗਈ। ਅੱਜ ਸਵੇਰੇ ਜਦੋਂ ਸਾਡੀ ਟੀਮ ਨੇ ਦੀਆ ਦੇ ਘਰ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਦੀਆ ਦੇ ਮੰਮੀ ਡੈਡੀ ਅਤੇ ਛੋਟੀ ਭੈਣ ਦੀਆ ਦੀ ਡੈੱਡ ਬੋਡੀ ਲੈਣ ਲਈ ਦਿੱਲੀ ਚਲੇ ਗਏ ਹਨ। ਦੀਆ ਦੇ ਘਰ ਵਿੱਚ ਸਿਰਫ ਉਸਦੀ ਇੱਕ ਬਜ਼ੁਰਗ ਦਾਦੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਸ਼ੋਕ ਦੀ ਲਹਿਰ ਹੈ। ਕਿਹਾ ਫੈਮਿਲੀ ਤਾਂ ਅਸੀਂ ਕੀ ਕਹਿ ਸਕਦੇ ਹਾਂ, ਸੁਣਦੇ ਬੋਲਦੇ ਸੀਗੇ, ਉਹ ਨਹੀਂ ਸੁਣਦੇ ਆਪਣੇ ਖਾਂਦੇ ਖਵਾਉਂਦੇ ਸੀਗੇ। ਜਿਹੜੀ ਕੁੜੀ ਦੀ ਸੁਸਾਈਡ ਹੋਇਆ ਉਹ ਵੀ ਬੋਲਦੀ ਸੁਣਦੇ। ਕੰਮ ਕਰਦੀ ਸੀ ਚੰਡੀਗੜ੍ਹ ਨਾ, ਉਹ ਪਤਾ ਨਹੀਂ ਕੀ ਕਰਦੀ ਸੀ। ਕੰਮ ਦਾ ਸਾਨੂੰ ਪਤਾ ਨਹੀਂ ਕੀ ਕੰਮ ਕਰਦੀ ਹੈ ਜੀ, ਸਾਨੂੰ ਨਾ ਕੁਝ। ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਫਿਰ ਨਾ ਕਿ ਕੱਲ ਇਹ ਕੰਮ ਕਰ ਲਿਆ? ਦਾਦੀ ਕੋਲ ਹੀ ਫੋਨ ਆਇਆ ਤਾਂ ਮੋਬਾਈਲ 'ਚ ਆ ਗਿਆ। ਅੱਛਾ ਜੀ, ਸਾਰਿਆਂ ਨੇ ਦੇਖ ਲਿਆ ਵੀ ਇਹ ਗੱਲ ਖਬਰ ਆ ਗਈ, ਅਖਬਾਰ 'ਚ ਆ ਗਈ, ਉਹ 'ਚ ਟੈਲੀਵਿਜ਼ਨ 'ਚ ਖਬਰ ਆ ਗਈ। ਫੈਮਿਲੀ 'ਚ ਕੌਣ ਕੌਣ ਹੈ ਇਹਨਾਂ ਦੀ? ਇੱਕ ਦਾਦੀ ਆ, ਇੱਕ ਛੋਟੀ ਕੁੜੀ ਹੈ ਤੇ ਦੋ ਕੁੜੀਆਂ ਆ, ਦੋ ਇੱਕ ਜਿਹੜੀ ਇਹ ਮਾਪੇ ਆ ਬਸ। ਤੇ ਉਹ ਹੁਣ ਗਏ ਹੋਏ ਚੰਡੀਗੜ੍ਹ? ਉਹ ਗਏ ਹੋਏ ਚੰਡੀਗੜ੍ਹ ਨਹੀਂ ਪਤਾ ਨਹੀਂ ਦਿੱਲੀ। ਠੀਕ ਹੈ ਜੀ। ਉਹ ਬੋਲਦੇ ਸੁਣਦੇ ਨਹੀਂ। ਉਹ ਗੱਲ ਕੁਝ ਵੀ ਨਹੀਂ ਹੋਈ, ਮੈਨੂੰ ਤਾਂ ਕੁਝ ਪਤਾ ਹੀ ਨਹੀਂ। ਮੈਂ ਤਾਂ ਇੱਥੇ ਬੈਠੀ ਸੀਗੀ, ਉੱਪਰੋਂ ਆਈ ਦਵਾ ਦਾ ਪਾਣੀ ਦੀ ਬੋਤਲ ਫੜੀ ਸੀਗੀ, ਬਸ ਉਹ ਲੈ ਕੇ ਚਲੇ ਗਏ। ਬਸ ਇਹੀ ਗੱਲ ਹੋਈ, ਹੋਰ ਕੁਝ ਵੀ ਨਹੀਂ। ਤੇ ਕੁਝ ਤੁਸੀਂ ਕਹਿੰਦੇ ਜਿਹੜੀ ਗੁੜੀਆ ਆ ਉਹਨੇ ਕੋਈ ਗੱਲ ਮਤਲਬ ਹੋਈ ਕਿਸੇ ਦੀ? ਕੋਈ ਗੱਲ ਨਹੀਂ ਹੋਈ। ਇਹ ਨੌਬਤ ਕਿੱਦਾਂ ਆਈ ਹੈ? ਮੈਨੂੰ ਨਹੀਂ ਪਤਾ ਇਸ ਗੱਲ ਦਾ, ਮੈਨੂੰ ਕੋਈ ਪਤਾ ਨਹੀਂ ਇਸ ਗੱਲ ਦਾ। ਮਾਪੇ ਕਿੱਥੇ ਦੇ? ਮਾਪੇ ਗਏ ਦੇ ਲੈਣ, ਕੱਲ ਦੇ ਗਏ ਦੇ ਆ ਜੀ, ਮੈਨੂੰ ਕੋਈ ਪਤਾ ਨਹੀਂ। ਤੇ ਹੁਣ ਨਵੀਂ ਕੀ ਪਤਾ ਲੱਗਾ, ਡੈਥ ਹੋ ਗਈ ਉਹਦੀ? ਹੈ ਦੱਸੋ, ਛੋਟੀ ਜਿਹੀ ਕੁੜੀ 9 ਸਾਲਾਂ ਦੀ, ਉਹਨੇ ਦੱਸਿਆ ਉਹ ਮਰ ਗਈ ਦੀ ਆ, ਉਹਨੇ ਦੱਸਿਆ। ਰਸਤੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਚਰਚ ਦੇ ਪਾਦਰੀ ਵੱਲੋਂ ਚਰਚ ਦੀ ਬੇਅਦਬੀ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਦੱਸਣਯੋਗ ਹੈ ਕਿ ਜਿਨ੍ਹਾਂ ਉੱਪਰ ਬੇਅਦਬੀ ਦੇ ਆਰੋਪ ਲਗਾਏ ਗਏ ਹਨ ਉਹ ਆਮ ਆਦਮੀ ਪਾਰਟੀ ਦੇ ਵਰਕਰ ਦੱਸੇ ਜਾ ਰਹੇ ਹਨ, ਪਰ ਪੁਲਿਸ ਨੇ ਧਾਰਮਿਕ ਅਸਥਾਨ ਦੀ ਬੇਅਦਬੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਹ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਭਾਮੜੀ ਦਾ ਹੈ। ਹਮਲਾ ਹੋ ਗਿਆ ਪਹਿਲੀ ਵਾਰ ਮੇਰੇ ਬੇਟੇ ਤੇ ਮੇਰੀ ਪਤਨੀ ਤੇ ਹੋਇਆ, ਤੇ ਉਦੋਂ ਵੀ ਅਸੀਂ ਮਾਫ ਕੀਤਾ ਇਹਨਾਂ ਨੂੰ, ਕੋਈ ਕਾਰਵਾਈ ਨਹੀਂ ਕੀਤੀ। ਐਰਕਾ ਉਹ ਸਟਰਕਚਰ ਹੈ ਇਹਨਾਂ ਦੇ ਅੰਦਰ, ਉਹੋ ਹੀ ਹੈ ਇਹਨਾਂ ਦੇ ਵੈਰ ਵਿਰੋਧ, ਤੇ ਇਹ ਗੁੰਡਾਗਰਦੀ ਕਰ ਰਹੇ ਆ ਪਿੰਡ 'ਚ। ਇਹ ਧਮਕੀਆਂ ਦਿੰਦੇ ਆ ਮੈਨੂੰ, ਮੇਰੇ ਬੱਚਿਆਂ ਨੂੰ, ਮੇਰੀ ਪਤਨੀ ਨੂੰ। ਉਹ ਪਿਛਲੀ ਵਾਰ ਵੀ ਬੜੀਆਂ ਧਮਕੀਆਂ ਦਿੰਦੇ ਤੇ ਕਈ ਲੈ ਕੇ ਮਾਰਨ ਪਿਆ, ਤੇ ਮੇਰੀ ਪਤਨੀ ਨੂੰ, ਮੇਰੇ ਬੇਟੇ ਨੂੰ ਮੋਟਰਸਾਈਕਲ ਚਾੜਦਾ ਤੇ ਐਰਕਾ ਸਾਡੇ ਤੇ ਟਰੈਕਟਰ ਚਾੜਦਾ ਤੇ ਇਹ ਸਭ ਕੁਝ ਕਰਦਾ। ਤੇ ਇਹਨਾਂ ਗੁੰਡਿਆਂ ਨੂੰ ਰੋਕਿਆ ਜਾਏ। ਇਹ ਗੁੰਡੇ ਜਿਹੜੇ ਆ ਧੱਕੇ ਸਾਈਆਂ ਕਰਦੇ ਆ, ਤੇ ਇਹ ਆਪਣੇ ਮੈਨੂੰ, ਮੇਰੇ ਬੱਚਿਆਂ ਨੂੰ ਤੇ ਮੇਰੀ ਪਤਨੀ ਤੋਂ ਮੈਨੂੰ ਡਰ ਆ। ਮੈਂ ਰੱਬ ਦਾ ਦਾਸ ਹਾਂ, ਤੇ ਮੇਰੀ ਮਦਦ ਕੀਤੀ ਜਾਏ ਤੇ ਕਾਰਵਾਈ ਕੀਤੀ ਜਾਏ ਇਹਨਾਂ ਦੇ ਗੁੰਡਿਆਂ ਗੰਡਿਆਂ ਤੇ। ਅੱਛਾ, ਇੱਕ ਤੁਸੀਂ ਪੋਸਟ ਦੇ ਅੰਦਰ ਭੰਨ ਤੋੜ ਕੀਤੀ, ਚਰਚ ਦੇ ਬੂਹੇ ਦੀ ਜ਼ਬਰਦਸਤੀ ਵਾੜਨਾ ਚਾਹਿਆ। ਇਹ ਬੇਅਦਬੀ ਆ ਮੇਰੇ ਨਾਲ ਕੀਤੀ ਗਈ, ਸਭ ਮੇਰੀ ਪਤਨੀ ਨਾਲ ਕੀਤੀ ਗਈ, ਮੇਰੇ ਨਾਲ ਕੀਤੀ ਗਈ ਆ। ਮੈਂ ਸੇਵਕ ਹਾਂ, ਇੱਕ ਪਾਸਟਰ ਹਾਂ, ਤੇ ਚਰਚ ਦੇ ਅੰਦਰ ਜ਼ਬਰਦਸਤੀ ਇਹਨਾਂ ਨੇ ਵੜਨਾ ਚਾਹਿਆ, ਉਹਦਾ ਕੁੰਡਾ ਪੁੱਟਿਆ ਆ। ਤੇ ਕੀ ਮੰਗ ਕਰਦੇ ਤੁਸੀਂ? ਮੈਂ ਮੰਗ ਕਰਦਾ ਤੇ ਮੈਂ ਮੰਗ ਕਰਦਾ ਤੇ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਏ, ਤੇ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਏ। ਗੁੰਡਾ ਪਾਸਟਰ ਦੇ ਨਾਲ ਬੇਅਦਬੀ ਹੋਈ ਆ, ਜੋ ਪਾਸਟਰ ਦੇ ਖਿਲਾਫ ਕਾਨੂੰਨੀ ਲੜਾਈ ਝਗੜਾ ਕੀਤਾ ਗਿਆ, ਚਰਚ ਦੇ ਖਿਲਾਫ ਚਰਚ ਨੂੰ ਭੰਨ ਤੋੜ ਕੀਤੀ ਗਈ ਹੈ। ਮੈਂ ਸਰਪੰਚ ਨਾਤੇ ਤੇ ਦੱਸਣਾ ਚਾਹੁੰਦਾ ਕਿ ਪਹਿਲਾ ਮਤਲਬ ਕਿ ਇਹਨਾਂ ਨੇ ਟਰੈਕਟਰ ਤੇ ਲੈ ਕੇ ਨਿਰਮਲ ਸਿੰਘ ਤੇ ਨਿਰਮਲ ਸਿੰਘ ਦਾ ਬੇਟਾ ਬਚਨ ਸਿੰਘ, ਜੋ ਕਿ ਇਹਨਾਂ ਨੇ ਆਣ ਕੇ ਚਰਚ ਦੇ ਬਾਹਰ ਗਾਲੀ ਗਲੋਚ ਕੀਤਾ। ਪਾਸਟਰ ਸਾਹਿਬ ਬਾਹਰ ਨਿਕਲੇ ਆ, ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ। ਸਾਡੀ ਕਾਂਗਰਸ ਸਰਕਾਰ ਸੀ, ਕਾਂਗਰਸ ਸਰਕਾਰ 'ਚੋਂ ਮੈਂ ਸਰਪੰਚ ਬਣਿਆ, ਤੇ ਮੈਂ ਆਮ ਪਾਰਟੀ ਦੇ ਅਮਰਪਾਲ ਨੂੰ ਦੱਸਣਾ ਚਾਹੁੰਦਾ, MLA ਸਾਹਿਬ ਨੂੰ, ਕਿ ਸਰ ਤੁਸੀਂ ਵਧੀਆ ਇਨਸਾਨ ਜੇ, ਲੇਕਿਨ ਜਿਹੜੇ ਪਿੰਡ ਦੇ ਵਿੱਚ ਤੁਹਾਡੇ ਵਰਕਰ ਜਿਹੜੇ ਆ ਨਾ ਬਹੁਤ ਹੀ ਗੁੰਡਾਗਰਦੀ ਕਰ ਰਹੇ ਨੇ, ਤੁਹਾਡਾ ਸਾਰਾ ਲੈ ਰਹੇ ਨੇ। ਮਤਲਬ ਅਸੀਂ ਚਾਹੁੰਦੇ ਹਾਂ, ਤੁਹਾਨੂੰ ਅਸੀਂ ਵੀ ਮਿਲਣਾ ਚਾਹੁੰਦੇ ਹਾਂ ਵੀ ਤੁਹਾਡੇ ਨਾਲ ਗੱਲਬਾਤ ਕਰੀਏ, ਫਿਰ ਇਹਨਾਂ ਨੂੰ ਸਮਝਾਇਆ ਜਾਵੇ। ਯਾਨੀ ਕਿ ਇਸ ਤਰ੍ਹਾਂ 2-3 ਵਾਰ ਇਹਨਾਂ ਨੇ ਮਤਲਬ ਇਹ
ਇਸ ਤੋਂ ਪਹਿਲਾਂ ਵੀ ਪਾਸਟਰ ਸਾਹਿਬ ਨਾਲ ਇਹਨਾਂ ਨੇ ਹਮਲਾ ਕੀਤਾ ਜੇ। ਠੀਕ ਆ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ। ਅਸੀਂ ਚਾਹੁੰਦੇ ਸਰਕਾਰ ਵਧੀਆ ਆਈ ਆ, ਤੁਹਾਡੀ ਬਹੁਤ ਵਧੀਆ ਗੱਲ ਆ, ਪਰ ਇਸ ਟਾਈਮ ਜੋ ਪਾਸਟਰ ਸਾਹਿਬ ਨਾਲ ਹੋਇਆ ਵਾ ਇਹ ਬਹੁਤ ਮਾੜਾ ਨਿੰਦਣਯੋਗ ਆ ਕਿ ਇਹ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਾਸਟਰ ਸਾਹਿਬ 'ਤੇ ਹਮਲਾ ਕੀਤਾ ਗਿਆ ਵਾ, ਚਰਚ 'ਤੇ ਹਮਲਾ ਕੀਤਾ ਗਿਆ ਵਾ। ਅਤੇ ਪਾਸਟਰ ਦੀ ਜੋ ਬੂਆ ਜੀ ਆ ਉਹਦੇ ਨਾਲ ਵੀ ਇਹਨਾਂ ਨੇ ਬਹੁਤ ਹੀ ਮਾੜੀ ਹਰਕਤ ਕੀਤੀ, ਉਹਦੇ ਵਾਲ ਵੂਲ ਖੋਏ ਆ, ਉਹਦੇ ਨਾਲ ਬੇਅਦਬੀ ਕੀਤੀ, ਉਹਦੇ ਇੱਜ਼ਤ ਨੂੰ ਪੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਬੇਟੇ ਇਹਨਾਂ ਦੇ ਵੀ ਸੱਟ ਲੱਗੀ ਆ, ਛੋਟਾ ਭਰਾ ਮੁਕੇਸ਼ ਉਹਦੇ 'ਤੇ ਵੀ ਇਹਨਾਂ ਨੇ ਬਹੁਤ ਸੱਟ ਲਾਈ ਆ। ਕੀ ਮੰਗ ਕਰਦੇ ਹੋ? ਮੰਗ ਕਰਦੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੇ ਫਤਿਹਗੜ੍ਹ ਦੇ ਪਿੰਡ ਅਤਾਪੁਰ ਵਿਖੇ ਇੱਕ ਘਰ ਦੀ ਛੱਤ ਦੇ ਉੱਤੇ ਬੱਚੇ ਦੇ ਭਰੂਣ ਦਾ ਪੈਰ ਮਿਲਿਆ ਹੈ, ਜਿਸ ਕਾਰਨ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ। ਥਾਣਾ ਮੁੱਲੇਪੁਰ ਦੀ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਘਰ ਦੇ ਮਾਲਕ ਮਾਨ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਦੋਂ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦਾ ਪੁੱਤਰ ਆਪਣੇ ਲੜਕੇ ਨੂੰ ਘੁਮਾਉਣ ਦੇ ਲਈ ਛੱਤ ਤੇ ਆਇਆ ਤਾਂ ਦੇਖਿਆ ਕਿ ਇੱਥੇ ਇੱਕ ਛੋਟਾ ਜਿਹਾ ਪੈਰ ਪਿਆ ਹੈ। ਆਲੇ ਦੁਆਲੇ ਘੁੰਮ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਖੂਨ ਦੇ ਛਿੱਟੇ ਦੂਸਰੀਆਂ ਛੱਤਾਂ ਦੇ ਉੱਪਰੋਂ ਉਹਨਾਂ ਦੀ ਘਰ ਵੱਲ ਆ ਰਹੇ ਸਨ। ਨਾਲ ਹੀ ਨਾਲ ਕੁੱਤੇ ਦੀ ਪੈੜ ਵੀ ਨਜ਼ਰ ਆਈ। ਮਾਨ ਸਿੰਘ ਆ ਜੀ ਮੇਰਾ ਨਾਮ। ਮਾਨ ਸਿੰਘ ਕਿਹੜਾ ਪਿੰਡ? ਪਿੰਡ ਅਤਾਪੁਰ ਜੀ। ਅੱਛਾ, ਕੀ ਇਹ ਜਿਹੜਾ ਬੱਚੇ ਦਾ ਪੈਰ ਮਿਲਿਆ ਇੱਥੋਂ? ਹਾਂਜੀ। ਤੁਸੀਂ ਕਦੋਂ ਦੇਖਿਆ ਇਹ ਜੀ ਮੈਂ ਨਹੀਂ ਦੇਖਿਆ, ਸਾਡੇ ਮੁੰਡਾ ਆਇਆ ਤੜਕੇ ਸਾਡੇ ਨੂੰ ਜਵਾਕ ਨੂੰ ਲੈ ਕੇ ਛੋਟੇ ਜਿਹੇ ਨੂੰ ਉੱਤੇ। ਅੱਛਾ। ਇਹ ਜਦ ਉਹਨੂੰ ਘੁਮਾਉਂਦਾ ਫਿਰਦਾ ਘੁਮਾਉਂਦਾ ਉੱਥੇ ਵਗ ਗਿਆ। ਉੱਥੇ ਜਾ ਕੇ ਜਦ ਦੇਖਿਆ ਉਹਨੇ, ਫਿਰ ਉੱਥੇ ਉਹ ਦੇਖਿਆ ਵੀ ਤਾਂ ਪੈਰ ਪਿਆ। ਫਿਰ ਉਹਨੇ ਹੇਠ ਜਾ ਕੇ ਦੱਸਿਆ। ਛੋਟੇ ਜਿਹੇ ਬੱਚੇ ਦਾ ਹੈ? ਛੋਟੇ ਜਿਹੇ ਬੱਚੇ ਦਾ। ਹਾਂਜੀ। ਲੱਗਿਆ ਪਤਾ ਕੁਝ ਬੱਚਾ? ਨਹੀਂ ਜੀ, ਕੋਈ ਪਤਾ ਕੁਝ ਨਹੀਂ ਲੱਗਿਆ ਵੀ ਇੱਥੇ ਕੋਈ ਛੋਟਾ ਬੱਚਾ ਕਿਹਦੇ ਕੋਲ ਹੈ? ਨਾ ਜੀ, ਕੋਈ ਪਤਾ ਨਹੀਂ ਲੱਗਿਆ। ਸਾਡੇ ਕੋਠੇ ਤੇ ਸਿੱਟ ਕੇ ਕੱਲ੍ਹ ਨੂੰ ਕੋਈ ਬੰਦਾ ਮਾਰ ਕੇ ਪਾ ਜਾਓ। ਅਸੀਂ ਤਾਂ ਹੁਣ ਹੇਠਾਂ ਪੈਂਦੇ ਆ, ਬਾਹਰ ਪੈਂਦੇ ਆ, ਉਰਾਂ ਪਰਾਂ ਪੈਂਦੇ ਆ। ਕੋਈ ਛੋਟੇ ਜਿਹੇ ਬੱਚੇ ਦਾ ਪੈਰ ਹੈ ਜੀ? ਹਾਂਜੀ, ਛੋਟੇ ਜਿਹੇ ਬੱਚੇ ਦਾ ਪੈਰ ਆ, ਨਾਰਮਲ ਬੱਚਾ ਜਮਾ ਹੀ। ਛੋਟਾ ਜਿਹਾ ਮਤਲਬ ਲੱਗਦਾ ਵੀ 1-2 ਮਹੀਨੇ ਦਾ ਹੀ ਹੋਣਾ ਹੈ? ਮਹੀਨੇ ਦਾ ਤਾਂ ਹੈ ਨਹੀਂ ਜੀ, ਥੋੜੇ ਹੀ ਚਿਰ ਦਾ ਬੱਚਾ ਜਿਹਦਾ ਪੈਰ ਹੈ। ਹਾਂਜੀ। ਤੇ ਮਾਨ ਸਿੰਘ ਸਾਨੂੰ ਦਿਆਲ ਸਿੰਘ ਵਾਸੀ ਪਿੰਡ ਅਤਾਪੁਰ ਦੇ ਮਕਾਨ ਦੀ ਛੱਤ ਪਰ ਕਿਸੇ ਨਵਜੰਮੇ ਬੱਚੇ ਦੀ ਗੋਡੇ ਤੋਂ ਹੇਠਾਂ ਦੇ ਹਿੱਸੇ ਦਾ ਪੈਰ ਪਿਆ ਹੈ। ਕਾਰਵਾਈ ਕੀਤੀ ਜਾਵੇ, ਜਿਸ ਪਰ ਸਾਡੇ ਵੱਲੋਂ ਪਿੰਡ ਅਤਾਪੁਰ ਪੁੱਜ ਕੇ ਮੌਕਾ ਦੇਖਿਆ ਗਿਆ। ਜੋ ਇਹ ਮਾਮਲਾ ਕਿਸੇ ਨਾਮਲੂਮ ਔਰਤ ਜਾਂ ਵਿਅਕਤੀ ਵੱਲੋਂ ਨਵਜੰਮੇ ਬੱਚੇ ਨੂੰ ਜਨਮ ਸਮੇਂ ਜਾਂ ਜਨਮ ਤੋਂ ਬਾਅਦ ਮਰਨ ਪਰ ਕਿਸੇ ਜਗ੍ਹਾ ਸੁੱਟਿਆ ਗਿਆ, ਜਿੱਥੇ ਕਿਸੇ ਜਾਨਵਰਾਂ ਵੱਲੋਂ ਉਸ ਦੇ ਖਾਣ ਪਰ ਬਚਿਆ ਹੋਇਆ ਪੈਰ ਦਾ ਹਿੱਸਾ ਮਾਨ ਸਿੰਘ ਦੀ ਘਰ ਦੀ ਛੱਤ ਪਰ ਸੁੱਟਿਆ ਗਿਆ। ਇਸ ਮਾਮਲੇ ਵਿੱਚ IPC ਧਾਰਾ 318 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ASI ਜਗਜੀਤ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ ਤੇ ਉਸ ਦੇ ਅੰਗ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੱਖੇ ਗਏ ਨੇ, ਜਿਸ ਦਾ DNA ਟੈਸਟ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਅਕਸਰ ਹੀ ਪਟਿਆਲਾ ਦੀ ਕੇਂਦਰੀ ਜੇਲ੍ਹ ਸੁਰੱਖਿਆ ਵਿੱਚ ਬਣੀ ਰਹਿੰਦੀ ਹੈ ਤੇ ਸਮੇਂ-ਸਮੇਂ ਤੇ ਕੇਂਦਰੀ ਜੇਲ੍ਹ ਵਿੱਚੋਂ ਨਸ਼ਾ ਜਾਂ ਮੋਬਾਈਲ ਤੋਂ ਇਲਾਵਾ ਕਈ ਹੋਰ ਪਦਾਰਥ ਮਿਲਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਤੇ ਹੁਣ ਕੇਂਦਰੀ ਜੇਲ੍ਹ ਵਿੱਚੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਕੈਦੀ ਦੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ। ਪਟਿਆਲਾ ਦੀ ਕੇਂਦਰੀ ਜੇਲ੍ਹ ਤੇ ਇਹ ਦੋਸ਼ ਜਲੰਧਰ ਦੇ ਇੱਕ ਕੈਦੀ ਪੁਸ਼ਪਿੰਦਰ ਸਿੰਘ ਉਰਫ ਨੈਣੀ, ਜੋ ਕਿ 12 ਸਾਲ ਤੋਂ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ, ਲਗਾਏ ਹਨ। ਚਲੋ ਪਟਿਆਲਾ ਜੇਲ੍ਹ ਚ ਰਾਜਦੀਪ ਅੰਦਰ ਜੀ, ਅੰਦਰ ਇਹਨਾਂ ਬੁੱਚੜਾਂ ਦਾ ਬਣਾਇਆ ਵਾ, ਕੁੱਟਣ ਦੇ ਮਾਰ ਕਰਦੀ ਹੈ। ਕਿਉਂ ਕੁੱਟਿਆ ਕਿਉਂ ਜੀ? ਕੀ ਕਿਉਂ ਕੁੱਟਿਆ ਕੀਤੀ ਜਾਵੇ ਜੀ? ਅੰਦਰ ਪੁਸ਼ਪਿੰਦਰ ਸਿੰਘ ਜੀ ਨੋਨੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਆ ਜੀ। ਹਾਂਜੀ, 12 ਸਾਲ ਦੀ ਸਜ਼ਾ ਹੋਈ ਵੀ ਉਹਨਾਂ ਨੂੰ। ਕਾਹਦੇ ਕੇਸ ਵਿੱਚ? ਇਹ ਕਤਲ ਕੇਸ ਆ ਜੀ ਉਹਨਾਂ ਤੇ। ਠੀਕ ਹੈ ਜੀ। ਹਾਂਜੀ, ਤਾਂ ਸਾਨੂੰ ਜੀ ਇਤਲਾਹ ਮਿਲੀ ਸੀ ਕਿ ਫੋਨ ਆਇਆ ਸੀ PCO ਤੋਂ, ਜੇਲ੍ਹ ਤੋਂ ਜੀ। ਤਾਂ ਕਹਿ ਰਹੇ ਸੀ ਕਿ ਤੁਹਾਡੇ ਬੰਦਿਆਂ ਨਾਲ ਕੁੱਟਮਾਰ ਬਹੁਤ ਜ਼ਿਆਦਾ ਹੋਈ ਪਈ ਆ ਜੀ, ਸੱਟਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਉਹਨਾਂ ਦੇ। ਹਾਂਜੀ, ਤਾਂ ਅਸੀਂ ਕੱਲ ਸਵੇਰ ਦੇ ਇੱਥੇ ਘੁੰਮ ਰਹੇ ਆ ਜੀ। ਹਾਂਜੀ, ਸਾਡੀ ਨਾ ਜੇਲ੍ਹ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਆ ਜੀ, ਕੋਈ ਕਿਸੇ ਦੀ ਕੋਈ ਵੀ ਨਹੀਂ ਗੱਲ ਸੁਣਦਾ ਪਿਆ ਜੀ ਸਾਡੀ। ਹਾਂਜੀ, ਅਸੀਂ ਅੱਕ ਕੇ ਹੁਣ ਹਸਪਤਾਲ ਆਏ ਆ ਜੀ। ਸਾਨੂੰ ਅੱਜ ਹਸਪਤਾਲ ਜੇਲ੍ਹ ਵਾਲੇ ਇਹ ਵੀ ਨਹੀਂ ਦੱਸਦੇ ਪਏ ਸੀ ਕਿ ਕਿਹੜੇ ਹਸਪਤਾਲ ਆਈ ਤੁਹਾਡੇ ਬੰਦੇ। ਹਾਂਜੀ, ਸੱਟਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਜੀ, ਡਿਸਕ ਹਿੱਲੀ ਪਈ ਆ ਜੀ ਪੁਸ਼ਪਿੰਦਰ ਸਿੰਘ ਨੋਨੀ ਦੀ। ਤੇ ਉਸ ਤੋਂ ਬਾਅਦ ਕੋਈ ਵਕੀਲ ਦਾ ਸਹਾਰਾ ਲਿਆ ਤੁਸੀਂ? ਇਹ ਕੋਰਟ ਕਚਹਿਰੀ ਹੈ? ਹਾਂਜੀ, ਅਸੀਂ ਵਕੀਲ ਸਾਹਿਬ ਜੀ ਕਰਕੇ ਤਾਂ ਫਿਰ ਜੱਜ ਸਾਹਿਬ ਜੀ ਦੇ ਵੀ ਪੇਸ਼ ਹੋਏ ਸੀ। ਹਾਂਜੀ, ਉਸ ਤੋਂ ਬਾਅਦ ਕੀ ਹੋਇਆ? ਜੱਜ ਸਾਹਿਬ ਨੇ ਕੀ ਫਿਰ ਆਰਡਰ ਦਿੱਤਾ? ਹਾਂਜੀ, ਔਰ ਜੱਜ ਸਾਹਿਬ ਜੀ ਨੇ ਆਰਡਰ ਇਹੀ ਦਿੱਤੇ ਸੀ ਕਿ ਸਾਨੂੰ ਕਿ ਤੁਸੀਂ ਜੇਲ੍ਹ ਜਾ ਕੇ ਤਾਂ ਇਹਨਾਂ ਦੀ ਮੈਡੀਕਲ ਰਿਪੋਰਟ ਜਿੱਦਾਂ ਦਿੱਤੀ ਜਾਵੇ ਸਾਰੀ ਕੁਝ। ਹੁਣ ਮੈਡੀਕਲ ਕਰਵਾਉਣ ਲੱਗੇ? ਹਾਂਜੀ, ਹੁਣ ਮੈਡੀਕਲ ਕਰਵਾਉਣ ਆਏ ਆ ਜੀ ਹਸਪਤਾਲ। ਕਿੰਨੇ ਲੋਕਾਂ ਨਾਲ ਕੁੱਟਮਾਰ ਹੋਈ ਹੈ? ਇਹ 2 ਜਣਿਆਂ ਨਾਲ ਹੋਈ ਆ ਜੀ ਕੁੱਟਮਾਰ। ਮੁਲਜ਼ਮ ਦਾ ਨਾਮ ਹੈ ਪੁਸ਼ਪਿੰਦਰ ਸਿੰਘ ਉਰਫ ਨੋਨੀ।
ਦੂਜੇ ਮੁਲਜ਼ਮ ਦਾ ਨਾਮ ਹੈ ਹਰਮਨਜੀਤ ਸਿੰਘ। ਇਹ ਮੁਲਜ਼ਮ ਕਾਫੀ ਲੰਬੇ ਸਮੇਂ ਤੋਂ ਪਟਿਆਲਾ ਜੇਲ੍ਹ 'ਚ ਬੰਦ ਨੇ ਤੇ ਤਕਰੀਬਨ 14 ਤਰੀਕ ਨੂੰ ਰਾਤ 11:30 ਵਜੇ ਇਹਨਾਂ ਮੁਲਜ਼ਮਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਹੋਈ ਹੈ। ਉਹ ਜਾਂਚ ਦਾ ਵਿਸ਼ਾ। 15 ਤਰੀਕ ਨੂੰ ਇਹਨਾਂ ਪਰਿਜਨਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜ਼ਿਲ੍ਹਾ ਕਚਹਿਰੀ ਪਟਿਆਲਾ ਦੇ ਵਿੱਚ, ਜਿਸ 'ਚ ਆਰਡਰ ਹੋਇਆ ਕਿ ਮੁਲਜ਼ਮਾਂ ਦਾ ਮੈਡੀਕਲ ਟ੍ਰੀਟਮੈਂਟ ਹੋਣਾ ਚਾਹੀਦਾ, ਉਹਨਾਂ ਦਾ ਮੈਡੀਕਲ ਰਿਪੋਰਟ ਹੋਣੀ ਚਾਹੀਦੀ ਹੈ, ਇੱਕ ਬੋਰਡ ਆਫ ਡਾਕਟਰਸ ਬਣਨਾ ਚਾਹੀਦਾ ਤੇ ਉਹਦੇ ਤਹਿਤ ਅੱਜ 16 ਤਰੀਕ ਨੂੰ ਇਹਨਾਂ ਦੇ ਮੈਡੀਕਲ ਵਾਸਤੇ ਪੂਰੀ ਇਹਨਾਂ ਦੇ ਜੇਲ੍ਹ ਪ੍ਰਸ਼ਾਸਨ ਪੂਰਾ ਪਹੁੰਚਿਆ ਹੋਇਆ ਤੇ ਇਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਇੱਕ ਮੁਲਜ਼ਮ ਦੀ ਜਿਹੜੀ ਕੰਡੀਸ਼ਨ ਕਾਫੀ ਸੀਰੀਅਸ ਆਈ ਜਾ ਰਹੀ ਜੀ। ਕਿੱਥੋਂ ਦਾ ਜੀ ਮੁਲਜ਼ਮ? ਬਠਿੰਡਾ ਦੇ ਇੱਕ ਹੋਟਲ ਵਿੱਚ ਰੁਕੇ ਦੋ ਨੌਜਵਾਨਾਂ ਨੂੰ ਅਗਵਾ ਕਰਕੇ 42 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਵਿੱਚੋਂ ਕੁਝ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ, ਜਦੋਂ ਕਿ ਕੁਝ ਸਾਦੇ ਕੱਪੜਿਆਂ ਵਿੱਚ ਸਨ। ਇਹ ਨੌਜਵਾਨ ਬਠਿੰਡਾ ਦੇ ਹਨੂਮਾਨ ਚੌਂਕ ਵਿੱਚ ਸਥਿਤ 5 ਰਿਜ਼ਰਵ ਹੋਟਲ ਦੇ ਕਮਰਾ ਨੰਬਰ 203 ਵਿੱਚ ਠਹਿਰੇ ਹੋਏ ਸਨ। ਇਹਨਾਂ ਨੌਜਵਾਨਾਂ ਕੋਲ 42 ਲੱਖ ਰੁਪਏ ਦੀ ਨਕਦੀ ਵੀ ਸੀ, ਜਿਸ ਦੌਰਾਨ ਕੁਝ ਵਿਅਕਤੀ ਆਏ ਅਤੇ ਖੁਦ ਨੂੰ CIA ਸਟਾਫ ਪੁਲਿਸ ਦੇ ਅਧਿਕਾਰੀ ਦੱਸਦਿਆਂ ਦੋਵਾਂ ਨੌਜਵਾਨਾਂ ਨੂੰ ਪੈਸਿਆਂ ਸਮੇਤ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਨਕਲੀ ਪੁਲਿਸ ਅਧਿਕਾਰੀ ਬਣ ਕੇ ਆਏ ਇਹਨਾਂ ਲੁਟੇਰਿਆਂ ਨੇ ਦੋਨਾਂ ਨੌਜਵਾਨਾਂ ਕੋਲੋਂ 42 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸਰ ਕੀ ਘਟਨਾ ਹੋਈ ਹੈ ਜੀ? ਇੱਥੇ ਨਾ ਜੀ ਦੋ ਲੜਕੇ ਠਹਿਰੇ ਹੋਏ ਸੀਗੇ ਆ ਕੇ, ਇੱਕ ਪਟਿਆਲੇ ਦਾ, ਇੱਕ ਫਰੀਦਕੋਟ ਦਾ, ਇੱਕ ਉਹ ਇੱਥੇ ਠਹਿਰੇ ਹੋਏ ਸੀ। ਇੱਕ ਨਾਲ ਉਹਨਾਂ ਦੇ ਕੋਈ ਏਜੰਟ ਸੀਗਾ, ਇੱਕ ਇਹਨਾਂ ਦਾ ਦੋਸਤ ਨੇ ਜੈਪੁਰ ਤੋਂ ਕੋਈ ਜਹਾਜ਼ ਚੜ੍ਹਨਾ ਸੀਗਾ ਤੇ ਇਹਨਾਂ ਕੋਲ ਕੈਸ਼ ਸੀਗਾ। ਇਹਨਾਂ ਨੇ ਜਦੋਂ ਉਹ ਏਜੰਟ ਦੇ ਨਾਲ ਵੀ ਇੱਕ ਬੰਦਾ ਸੀਗਾ ਜੈਪੁਰ, ਜਿਹੜੇ ਨੇ ਜੈਪੁਰ ਤੋਂ ਜਹਾਜ਼ ਚੜ੍ਹਨਾ ਸੀਗਾ ਕੈਨੇਡਾ ਵਾਸਤੇ। ਜਦੋਂ ਕੈਨੇਡਾ ਪਹੁੰਚ ਜਾਂਦਾ ਇਹਨਾਂ ਨੇ ਇੱਥੋਂ ਪੇਮੈਂਟ ਦੇਣੀ ਸੀਗੀ। ਉਹ ਇਹਨਾਂ ਨੂੰ ਪੇਮੈਂਟ, ਉਹ ਜਹਾਜ਼ ਤਾਂ ਚੜ੍ਹਿਆ ਨਹੀਂ, ਇਹਨਾਂ ਕੋਲ ਜਿਹੜੀ ਪੇਮੈਂਟ ਸੀਗੀ ਕੁਛ ਅਮਾਊਂਟ ਸੀਗੀ, ਬਿਗ ਅਮਾਊਂਟ, ਹਜੇ ਐਕੂਰੇਟ ਨਹੀਂ ਪਤਾ ਕਿੰਨੀ ਹੈਗੀ, ਪਤਾ ਕਰਾਂਗੇ ਇਹਨਾਂ ਤੋਂ। ਤੇ ਉਹ ਕਹਿੰਦੇ ਕੁਛ ਬੰਦੇ ਆ ਕੇ ਇਹਨਾਂ ਨੂੰ ਨਾਲ ਤਾਂ ਕਾਰ ਤੇ ਚੜ੍ਹਾ ਕੇ ਲੈ ਗਏ ਤੇ ਨਾਲੇ ਇਹਨਾਂ ਤੋਂ ਪੈਸੇ ਉਹ ਖੋ ਕੇ ਇਹਨਾਂ ਨੂੰ ਮਲੋਟ ਰੋਡ ਤੇ ਛੱਡ ਗਏ। ਪੇਮੈਂਟ ਵੀ ਲੱਖਾਂ 'ਚ ਦੱਸੀ ਜਾ ਰਹੀ ਹੈ। ਹਾਂ, ਕਾਫੀ ਵਰਦੀ ਵੀ ਪਾਈ ਹੋਈ ਕਿਦਾਂ ਪੁਲਿਸ ਦੀ ਵਰਦੀ? ਉਹ ਹਜੇ ਵੈਰੀਫਾਈ ਕਰਦੇ ਆ, CCTV ਵਗੈਰਾ ਖੰਗਾਲ ਰਹੇ ਆ, ਪਰ ਉਹਦੇ 'ਚ ਕੋਈ ਅਜੇ ਤੱਕ ਕਲੀਅਰ ਨਹੀਂ, ਛੋਟੇ ਮੋਬਾਈਲ ਤੇ ਕਲੀਅਰ ਨਹੀਂ ਹੋ ਰਿਹਾ, ਉਹ ਚੈੱਕ ਕਰਦੇ ਆ। ਹੋਟਲ ਦਾ ਨਾਮ ਕੀ ਸੀਗਾ? ਕਿਹੜਾ ਨਾਮ ਸੀ ਜੀ? ਹੋਟਲ ਹੈਗਾ ਜੀ ਇਹ 5 ਰਿਵਰਸ ਹੈਗਾ, ਹਨੂਮਾਨ ਚੌਂਕ ਦੇ ਵਿੱਚ। ਕਿੰਨੇ ਲੋਕ ਠਹਿਰੇ ਸੀ ਜੀ? ਇਹ 3 ਜਣੇ ਸੀਗੇ ਜੀ ਕੁੱਲ। ਠੀਕ ਹੈ। ਹਾਂਜੀ, 2 ਇੱਕ ਕਮਰੇ 'ਚ, ਇੱਕ ਕਮਰੇ 'ਚ ਸੀ। ਠੀਕ ਹੈ, ਥੈਂਕ ਯੂ। ਵੀਰੇ ਤੁਹਾਡਾ? ਮੇਰਾ ਨਾਮ ਜੀ ਪਵਨ ਹੈ ਜੀ। ਅੱਛਾ, ਕੀ ਕੰਮ ਕਰਦੇ ਹੋ ਤੁਸੀਂ ਹੋਟਲ 'ਚ ਇੱਥੇ? ਮੈਂ ਇੱਥੇ ਮੈਨੇਜ ਕਰ ਰਿਹਾ। ਕੀ ਘਟਨਾ ਹੋਈ ਹੈ? ਹੋਟਲ ਕਿਹੜਾ ਨਾਂ ਹੈ ਜੀ? ਘਟਨਾ ਹੋਟਲ ਇਹ 5 ਰਿਵਰ ਦੀ ਹੈ ਜੀ, ਹਨੂਮਾਨ ਚੌਂਕ 'ਚ। ਤੇ ਸਾਡੇ 14 ਤਰੀਕ ਨੂੰ ਤੋਂ ਬੰਦੇ ਰੁਕੇ, 3 ਬੰਦੇ, ਤੇ 2 ਰੂਮ ਲਏ ਉਹਨਾਂ ਨੇ, ਇੱਕ 203 204 ਤੇ ਸਾਰਾ ਇੱਕ ਸੀਗਾ ਇਹਨਾਂ ਦਾ ਕੋਈ ਬਾਹਰ ਬੂਰ ਜਾਣ ਦਾ ਪਲਾਨ ਸੀਗਾ, ਕੋਈ ਬਾਹਰ ਜਾਣਾ ਸੀ ਉਹਨਾਂ ਨੇ। ਤੇ ਉਹਨਾਂ ਦੇ ਬੰਦਾ ਇੱਕ ਜਿਹੜਾ ਇੱਥੋਂ ਆਇਆ ਸੀ ਤੇ ਉਹਨਾਂ ਨੇ ਕੋਈ ਪੈਸੇ ਪੂਸੇ ਲੈਣੇ ਸੀ ਇਹਨਾਂ ਤੋਂ, ਵੀ ਉਹ ਬੰਦੇ ਫਿਰ ਪੈਸੇ ਲੈ ਕੇ ਉਹ ਬੰਦੇ ਬਾਹਰ ਭੇਜਣੇ। 2 ਬੰਦੇ ਇਹਨਾਂ ਜੈਪੁਰ ਰੁਕੇ ਹੋਏ ਸੀ ਹੋਟਲ ਦੇ ਵਿੱਚ, ਉਹਨਾਂ ਨੇ ਜੈਪੁਰ ਤੋਂ ਫਲਾਈਟ ਲੈਣੀ ਸੀ, ਇਹਨਾਂ ਨੇ ਉਹਨਾਂ ਨੂੰ ਪੈਸੇ ਦੇਣੇ ਸੀ। ਤੇ ਅੱਜ ਸਵੇਰੇ ਸਾਨੂੰ ਪਤਾ ਲੱਗਾ, ਸਾਡੇ ਕਿਸੇ ਬੰਦੇ ਨੇ ਫੋਨ ਕੀਤਾ ਹੋਟਲ ਵਾਲਿਆਂ ਨੇ ਵੀ ਐਂ ਕਰਕੇ ਘਟਨਾ ਹੋ ਗਈ ਇੱਥੇ, ਤੇ ਕੋਈ ਬਾਹਰੋਂ ਬੰਦੇ ਆਏ, ਉਹਨਾਂ ਨੂੰ ਸਵੇਰੇ 4 4:30 ਦਾ ਟਾਈਮ ਸੀ, 4:30 ਤੋਂ ਬਾਅਦ ਦਾ। ਤੇ ਉਹ ਫਿਰ ਉਹਨਾਂ ਧਮਕਾ ਕੇ ਉਹਨੂੰ ਨਾਲ ਲੈ ਗਏ ਤੇ ਜਿਹੜੇ ਪੈਸੇ ਸੀ ਉਹ ਨਾਲ ਲੈ ਕੇ ਉਹਨਾਂ ਨੂੰ ਮਲੋਟ ਰੋਡ ਤੇ ਛੱਡਤਾ। ਤੁਹਾਨੂੰ ਪਤਾ ਲੱਗਾ ਵੀ ਕਿਸ ਤਰ੍ਹਾਂ ਸੀ? ਕੋਈ ਕਿਹਾ ਜਾ ਰਿਹਾ ਵਰਦੀ 'ਚ ਆਏ ਸੀ, ਪੁਲਿਸ ਦੀ ਵਰਦੀ 'ਚ? ਫਤਿਹਗੜ੍ਹ ਦੇ ਪਿੰਡ ਅਤਾਪੁਰ ਵਿਖੇ ਇੱਕ ਘਰ ਦੀ ਛੱਤ ਦੇ ਉੱਤੇ ਬੱਚੇ ਦੇ ਭਰੂਣ ਦਾ ਪੈਰ ਮਿਲਿਆ ਹੈ, ਜਿਸ ਕਾਰਨ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ। ਥਾਣਾ ਮੁੱਲੇਪੁਰ ਦੀ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਘਰ ਦੇ ਮਾਲਕ ਮਾਨ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਦੋਂ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦਾ ਪੁੱਤਰ ਆਪਣੇ ਲੜਕੇ ਨੂੰ ਘੁਮਾਉਣ ਦੇ ਲਈ ਛੱਤ ਤੇ ਆਇਆ ਤਾਂ ਦੇਖਿਆ ਕਿ ਇੱਥੇ ਇੱਕ ਛੋਟਾ ਜਿਹਾ ਪੈਰ ਪਿਆ ਹੈ। ਆਲੇ ਦੁਆਲੇ ਘੁੰਮ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਖੂਨ ਦੇ ਛਿੱਟੇ ਦੂਸਰੀਆਂ ਛੱਤਾਂ ਦੇ ਉੱਪਰੋਂ ਉਹਨਾਂ ਦੀ ਘਰ ਵੱਲ ਆ ਰਹੇ ਸਨ। ਨਾਲ ਹੀ ਨਾਲ ਕੁੱਤੇ ਦੀ ਪੈੜ ਵੀ ਨਜ਼ਰ ਆਈ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।